वाहिगुरु जी का खालसा वाहिगुरु जी की फतेह। सतगुरां दी गोद दा आनंद मान रही गुरु रूप गुरु खालसा सत संगत जीओ। अमोलक घड़ियां सतसंग दियां अकाल पुरख जी की मेहर सदका प्राप्त होईयां ने। आओ इन्हां नूं सफलियां बनाइए। गुर इतिहास जी दे पावन प्रसंगां दे विचों आप जी ने सरवण कीता सी। जिथे 10 प्रकार दे यम उथे कुछ नेम भी आप जी ने सरवण कीते। इबादत किमें करनी है, ध्यान नूं किमें जोड़ना है, 3 प्रकार का दान है। सिख ते साधु ने जीवन विच दान किवें करना है। इन्हां सारे गुणां नूं बड़े विस्तार सहित आप जी ने सरवण कीता है। आओ जी कुछ क समां मन चित बिरतियां नूं एकाग्र चित बनाइए। प्रेम दी पाओ सांझ, बख्शिश बख्शो गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। दोहरा वाहिगुरु को जान के सबे पदार्थ दे। तन कन अपना मानई ताहे अखै फल ले। साहिब सतगुरु श्री गुरु नानक देव जी महाराज सांझी वालता का उपदेश राजे शिवनाभ दे ताई बख्श रहे ने। 10 यम सुनाए, 5 नेम दस दिते आ। एक दान वो सी जो क्रोध ते कलेश दे वस होके कीता, वो सी तामसी। एक दान सी वो अपनी सिफत लई अपनी वडियाई लई कीता, वार वार जताया, वो सी राजसी। पर गुरु नानक दे घर दे विच सब तो वड्डा दान की है? दाना सिर दान महादान। अरदास विच नित जपदे आ। फिर आखे है श्री अमृतसर साहिब जी के दर्शन दीदार, दर्शन इशनान। ये कदों है? कहते जिस दिन दान करन वाला वाहिगुरु नूं हाजर जान के, वाहिगुरु को जान के तू ओदी दात समझ के दात दिती है ना, किसी नूं देण वाले नूं वड्डा नहीं कहा, लैण वाला वड्डा अधिकारी है। जिन्हों आखिया ना अभ्यागत यह ना आखी है जिनके मन में परम, तिसके दिते नानका तेहो जिहा करम। अभ्यागत किनू कहिंदे आ? तुसी रोटी बना रहे हो,
ਬਣਾ ਆਪਣੇ ਪਰਿਵਾਰ ਲਈ ਰਹੇ ਸੀ। ਕੋਈ ਅਚਨਚੇਤ ਆਇਆ, ਕਹਿੰਦਾ ਭੈਣ ਜੀ ਪ੍ਰਸ਼ਾਦਾ ਹੈ। ਉਹ ਸੀ ਅਭਿਆਗਤ। ਗੁਰਬਾਣੀ ਨੇ ਅਭਿਆਗਤ ਸ਼ਬਦ ਨੂੰ ਬੜਾ ਉੱਚਾ ਕਿਹਾ। ਕਹਿੰਦੇ ਐਸ ਵੇਲੇ ਤੇ ਰੋਟੀ ਮੰਗਣ ਵਾਲਾ ਤੁਹਾਡੇ ਲਈ ਪਰਮਾਤਮਾ ਹੈ, ਉਹ ਰੱਬ ਹੈ, ਤੁਹਾਨੂੰ ਪਰਖਣ ਆਇਆ ਹੋਇਆ ਹੈ। ਦੁੱਧ ਰੱਖਿਆ, ਚਾਹ ਰੱਖੀ ਹੈ, ਬਣਾਈ ਪਰਿਵਾਰ ਲਈ। ਤੇ ਤੀਜਾ ਬੰਦਾ ਜਿਹਦੇ ਬਾਰੇ ਪਤਾ ਵੀ ਨਹੀਂ ਸੀ, ਉਹਨੇ ਆ ਕੇ ਮੰਗ ਲਿਆ। ਕਹਿੰਦੇ ਬਹਿ ਜਾ ਭਰਾਵਾ, ਛੱਕ ਕੇ ਜਾਈ। ਤੁਸੀਂ ਰਾਸ਼ਨ ਵੰਡ ਰਹੇ ਹੋ, ਪਦਾਰਥ ਵੰਡ ਰਹੇ ਹੋ। ਜਿਨ੍ਹਾਂ ਲਈ ਲੈ ਕੇ ਆਏ ਸੀ ਉਹ ਤੇ ਖੜੇ ਨੇ, ਕੋਈ ਇੱਕ ਨਵਾਂ ਹੀ ਆ ਗਿਆ, ਕਹਿੰਦਾ ਜੀ ਮੈਂ ਬੜਾ ਗਰੀਬ ਆ, ਮੈਨੂੰ ਵੀ ਚਾਹੀਦਾ ਹੈ। ਕਹਿੰਦੇ ਪੈਰ ਫੜ ਲਓ, ਰੱਬ ਆਇਆ ਹੋਇਆ। ਸਤਿਗੁਰ ਕਹਿੰਦੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਤਨਕ ਮਾਤਰ ਰਾਈ ਦਾ ਦਾਣਾ ਕਿੱਡਾ ਕੁ ਹੈ, ਇੰਨਾ ਵੀ ਮਨ ਵਿੱਚ ਇਹ ਨਹੀਂ ਰੱਖਣਾ ਵੀ ਮੈਂ ਦੇਣ ਵਾਲਾ ਦਾਤਾ ਹਾਂ ਤੇ ਇਹ ਲੈਣ ਵਾਲਾ ਮੰਗਤਾ ਏ। ਕਹਿੰਦੇ ਨਹੀਂ, ਲੱਭ ਲੱਭ ਕੇ ਲੋੜਵੰਦਾਂ ਨੂੰ ਹੱਥ ਜੋੜ ਕੇ ਧੰਨਵਾਦ ਕਰਕੇ ਸ਼ੁਕਰਾਨਾ ਕਰਕੇ ਕਹਿਣਾ, ਉਹ ਸੱਜਣਾ ਦੇਣਦਾਰ ਸੀ ਤੇਰੇ, ਸ਼ੁਕਰ ਹੈ ਤੂੰ ਮਿਲ ਗਿਆ। ਆਖੋ ਸਤਨਾਮ। ਕਿੱਡਾ ਵੱਡਾ ਦਾਤਾ ਜੀ, ਜਿਹੜਾ ਹੱਥ ਜੋੜ ਕੇ ਕਹਿੰਦਾ ਮੈਂ ਤੇਰਾ ਦੇਣਹਾਰ ਹਾਂ, ਤੇਰਾ ਦੇਣਦਾਰ ਹਾਂ। ਉਦੋਂ ਕਹਿੰਦੇ ਤੇਰਾ ਕੀਤਾ ਹੋਇਆ ਦਾਨ ਲੋਕ ਪਰਲੋਕ ਤਿੰਨੇ ਲੋਕਾਂ 'ਚ ਫਲੇਗਾ। ਪਰ ਪੱਥਰਾਂ ਤੇ ਪੱਖਿਆਂ ਤੇ ਲਿਖਿਆ ਨਾਮ ਕਦੇ ਨਹੀਂ ਫਲਦਾ, ਘੁੰਮਦਾ ਹੀ ਰਹਿੰਦਾ ਹੈ। ਘੁੰਮਣ ਤੋਂ ਭਾਵ ਕੀ ਹੈ? ਜਿਵੇਂ ਪੱਖਾ ਘੁੰਮਦਾ 84 ਲੱਖ 'ਚ ਤੂੰ ਵੀ ਘੁੰਮੀ ਜਾਣਾ। ਦਾਨ ਕਰਤਾ ਸਿਫਤ ਹੋ ਗਈ, ਅਖਬਾਰ 'ਚ ਆ ਗਿਆ, ਸਰੋਪਾ ਮਿਲ ਗਿਆ, ਵਡਿਆਈ ਹੋ ਗਈ। ਕਾਹਦਾ ਦਾਨ ਹੈ? ਇੱਕ ਕੰਬਲ ਦੇ ਕੇ 20 ਬੰਦਿਆਂ ਨੇ ਫੋਟੋ ਖਿਚਾ ਲਈ, ਇਹ ਦਾਨ ਹੈ? ਜਲੂਸ ਹੈ। ਕਿਸੇ ਦੀ ਗਰੀਬੀ ਦਾ ਮਜ਼ਾਕ ਹੈ। ਅਸੀਂ ਚਾਹੁੰਦੇ ਹਾਂ ਸਾਨੂੰ ਕੋਈ ਕੁਝ ਦੇ ਕੇ ਜਾਏ ਟੇਬਲ ਦੇ ਥੱਲੇ ਦੀ, ਸਾਨੂੰ ਦਿੱਤਾ ਨਾ ਪਤਾ ਲੱਗੇ, ਪਰ ਅਸੀਂ ਕਿਸੇ ਨੂੰ ਦਈਏ ਤੇ ਜਲੂਸ ਕੱਢ ਕੇ, ਅਹਿਸਾਨ ਕਰਕੇ। ਸਤਿਗੁਰ ਕਹਿੰਦੇ ਵਾਹਿਗੁਰੂ ਨੂੰ ਹਾਜ਼ਰ ਜਾਣੀ, ਜਦੋਂ ਉਹਨੂੰ ਜਾਣੇਗਾ ਤੇਰਾ ਮਨ ਕਹੇਗਾ ਸਾਰੀ ਦੁਨੀਆ ਨੂੰ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਮੈਂ ਉਹਨੂੰ ਭੁੱਲਾਂ ਨਾ ਜਿਹੜਾ ਸਾਰੀ ਦੁਨੀਆ ਦਾ ਦਾਤਾ ਹੈ, ਜੋ ਦੇ ਕੇ ਜਤਾਉਂਦਾ ਹੀ ਨਹੀਂ, ਅਹਿਸਾਨ ਹੀ ਨਹੀਂ ਕਰਦਾ। ਸਾਹਿਬ ਕਹਿੰਦੇ ਇੱਕ ਉਹਨੂੰ ਚੇਤੇ ਕਰਨਾ, ਦੂਜਾ ਜਿਹਨੂੰ ਦੇ ਰਿਹਾ ਉਹਨੂੰ ਅਹਿਸਾਸ ਨਾ ਕਰਾਈ ਵੀ ਉਹ ਲੋੜਵੰਦ ਹੈ ਤੇ ਤੂੰ ਦਾਤਾ ਹੈ। ਜੇ ਤੇਰੇ ਦਿੱਤੇ ਹੋਏ ਦਾਨ ਵਿੱਚ ਤੈਨੂੰ ਹਉਮੈ ਆ ਗਈ, ਉਹ ਦਾਨ ਨਹੀਂ ਹੈ, ਉਹ ਤੇਰੇ ਲਈ ਪਾਪ ਹੈ, ਅਤਿਆਚਾਰ ਹੈ। ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਰਾਜਾ ਸ਼ਿਵਨਾਭ ਨੇਤਰਾਂ 'ਚੋਂ ਨੀਰ ਬਹਾਉਂਦਾ ਹੈ ਵੀ ਮੈਂ ਤੇ ਬੜੀ ਵਾਰ ਦਾਨ ਕਰਕੇ ਕਹਾਇਆ ਵੀ ਰਾਜੇ ਨੇ ਦਾਨ ਕੀਤਾ ਜੀ, ਰਾਜਾ ਮਾਈ ਬਾਪ ਹੈ ਤੁਹਾਡਾ। ਗੁਰੂ ਸਾਹਿਬ ਕਹਿੰਦੇ ਜੇ ਸੱਜੇ ਹੱਥ ਨਾਲ ਦਾਨ ਕੀਤਾ ਤੇ ਖੱਬੇ ਨੂੰ ਪਤਾ ਨਾ ਲੱਗੇ। ਤੇ ਸਾਡਾ ਤੇ ਸਾਰੇ ਜ਼ਿਲ੍ਹੇ ਨੂੰ ਪਤਾ ਹੁੰਦਾ ਸੀ ਕੰਬਲ ਕਿਹਨੂੰ ਵੰਡੇ ਸੀ, ਕੋਟੀਆਂ ਕਿਹਨੂੰ ਕਿਹਨੂੰ ਦਿੱਤੀਆਂ ਨੇ, ਕੀ ਕੀ ਕਿੱਥੇ ਕੀਤਾ ਏ। ਪਰ ਸਤਿਗੁਰ ਆਖਣ ਲੱਗੇ ਵੱਡਾ ਦਾਨ ਤੇਰੇ ਲਈ ਉਹ ਹੀ ਹੈ ਜੋ ਕਰਕੇ ਵੀ ਇੱਕ ਵਾਰ ਵੀ ਤੂੰ ਖਿਆਲ ਕੀਤਾ ਨਾ। ਚੌਪਈ ਦਰਵ ਕਿਦੋਂ ਵਿਦਿਆ ਕੋ ਦਾਨਾ, ਦੇਤ ਸ਼ਾਂਤ ਕੀ ਹੈ ਨਿਰਮਾਨਾ। ਹੁਣ ਇਹ ਸ਼ਾਂਤ ਕੀ ਦਾਨ ਹੈ ਜਿਹੜਾ ਰਾਜਾ ਪੁੱਛਦਾ, ਕਹਿੰਦਾ ਮਹਾਰਾਜ ਇਹਦਾ ਕੋਈ ਹੋਰ ਵੀ ਆਪਸ਼ਨ ਹੈ? ਵੀ ਇੱਕ ਤੇ ਦਾਨ ਉਹ ਹੈ ਜਿਹੜਾ ਦਿੱਤਾ, ਇਹ ਦੇਣ ਵਾਲੇ ਨੇ ਕਦੇ ਖਿਆਲ ਵੀ ਨਹੀਂ ਕੀਤਾ ਵੀ ਆਹ ਕੋਟੀ ਮੈਂ ਦਿੱਤੀ ਸੀ ਉਹੀ ਪਾਈ ਫਿਰਦਾ ਹੈ, ਜਿਤਾਉਣਾ ਨਹੀਂ ਹੈ, ਅੱਖ ਭਰ ਕੇ ਨਹੀਂ ਵੇਖਣਾ ਤਾਂ ਜੋ ਪਾਈ ਜੀ ਨੇ ਉਹ ਸ਼ਰਮਿੰਦਾ ਹੋ ਜੇ। ਅਸੀਂ ਕਰਦੇ ਹਾਂ, ਕਿਸੇ ਲੋੜਵੰਦ ਨੂੰ ਕੱਪੜੇ ਦਿੱਤੇ, ਜਦੋਂ ਕਿਤੇ ਪਾਏ ਹੋਏ ਆ ਮੇਰੇ ਵਾਲਾ ਹੀ ਸੂਟ ਹੈ, ਆ ਉਹੀ ਨਹੀਂ ਜਿਹੜਾ ਤੈਨੂੰ 2 ਸਾਲ ਪਹਿਲਾਂ ਦਿੱਤਾ ਸੀ। ਅਗਲਾ ਨਜ਼ਰਾਂ 'ਚੋਂ ਨੀਵਾਂ ਹੋ ਜਾਂਦਾ ਹੈ, ਮਹਿਸੂਸ ਕਰਦਾ ਇਹ ਵੱਡਾ ਸੀ ਗਰੀਬ ਹਾਂ, ਫਿਰ ਕਾਹਦਾ ਦਾਨ? ਮਰਦ ਕਹਿੰਦੇ ਹਾਂ ਰਾਜਨ ਇੱਕ ਦਾਨ ਇਹ ਤੋਂ ਵੀ ਵੱਡਾ ਏ, ਉਹ ਦਾਨ ਹੈ ਵਿਦਿਆ ਦਾ ਦਾਨ। ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਜਿੱਥੇ ਵਿਦਿਆ ਦਾ ਦਾਨ ਦੇਣਾ ਹੈ ਉੱਥੇ ਕਹਿੰਦੇ ਦਰਬ ਕਹੀਏ ਮਾਇਆ ਦਾ ਦਾਨ। ਹੁਣ ਮਾਇਆ ਦਾ ਦਾਨ ਬੜਾ ਦੇ ਕੇ ਦੇਣਾ ਪੈਂਦਾ ਹੈ, ਇਹ ਸਾਰੇ ਪਵਾੜਿਆਂ ਦੀ ਜੜ ਹੈ। ਤੁਸੀਂ ਮਾਇਆ ਦੇ ਕੇ ਜਿਹਨੂੰ ਮਰਜ਼ੀ ਦੁਸ਼ਮਣ ਬਣਾ ਲਓ। ਕਿਸੇ 2 ਮੰਗਤਿਆਂ 'ਚ ਇੱਕ ਨੂੰ ਵੱਧ ਦੇ ਦਿਓ, ਇੱਕ ਨੂੰ ਘੱਟ ਦੇ ਦਿਓ, ਡਾਂਗੋ ਡਾਂਗੀ ਹੋ ਜਾਂਦੇ ਆ, ਸਿਰ ਪਾੜ ਦਿੰਦੇ ਇੱਕ ਦੂਜੇ ਤੇ, ਕਹਿੰਦੇ ਅੱਧੇ ਮੇਰੇ ਸੀ। ਰੌਲਾ ਨਾ ਮਾਇਆ ਪਵਾੜੇ ਦੀ ਜੜ ਹੈ। ਸਾਹਿਬ ਕਹਿੰਦੇ ਮਾਇਆ ਦਈ ਉਹਨੂੰ ਜਿਹੜਾ ਅਧਿਕਾਰੀ ਲੱਗੇ ਤੈਨੂੰ, ਇਹ ਨਾ ਹੋਵੇ ਤੇਰੀ ਮਾਇਆ ਲੈ ਕੇ ਕੋਈ ਸ਼ਰਾਬ ਪੀਂਦਾ ਫਿਰਦਾ ਹੋਵੇ, ਕੋਈ ਬੀੜੀਆਂ ਪੀਂਦਾ ਫੂਕਦਾ ਫਿਰੇ, ਮਾੜੇ ਕੰਮ ਕਰੇ, ਮੁਰਗੇ ਖਾਵੇ, ਤੂੰ ਆਖੇ ਜੀ ਗਰੀਬ ਹੈ ਮੈਂ ਦਾਨ ਦਿੱਤਾ, ਤੈਨੂੰ ਉਹ ਦਾਨ ਨਰਕਾਂ ਨੂੰ ਲੈ ਜਾਏਗਾ।
ਸਮਝਣਾ ਪੈਣਾ ਹੈ। ਕਹਿੰਦੇ ਦਾਨ ਉੱਥੇ ਦੇਣਾ ਹੈ, ਦਾਨ ਦਿਓ ਇਨਹੀ ਕੋ ਭਲੋ ਔਰ ਕੋ ਦਾਨ ਨਾ ਲਾਗਨ ਨੀਕੋ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਪਸ਼ਟ ਬਚਨ ਨੇ। ਮਰਦ ਕਹਿੰਦੇ ਮੇਰੇ ਸਿੱਖਾਂ ਨੂੰ ਦਾਨ ਦਿਓ, ਮੇਰੇ ਖਾਲਸੇ ਨੂੰ ਦਿਓ। ਇਹਨਾਂ ਤੇ ਪਤਾ ਨਾ ਕਿਸੇ ਸਿੱਖ ਨੂੰ 4 ਪੈਸੇ ਦੇਾਂਗੇ ਸ਼ਰਾਬ ਨਹੀਂ ਪੀਏਗਾ, ਮਾਸ ਨਹੀਂ ਖਾਏਗਾ, ਠੱਗੀਆਂ ਨਹੀਂ ਮਾਰੇਗਾ, ਕਿਸੇ ਨਾਲ ਆਕੜ ਕੇ ਗੱਲ ਨਹੀਂ ਕਰੇਗਾ, ਉਹ ਆਪਣਾ ਕਾਰਜ ਰਾਸ ਕਰੇਗਾ। ਇਨ ਗਰੀਬ ਸਿੱਖਨ ਕੋ ਦਿਓ ਪਾਤਸ਼ਾਹੀ, ਪਾਤਸ਼ਾਹੀਆਂ ਦਿੱਤੀਆਂ ਨੇ। ਜੇ ਤੁਸੀਂ ਕਿਸੇ ਨਗੁਰੇ ਬੰਦੇ ਨੂੰ ਦਾਨ ਦਿਓਗੇ ਉਹ ਕੀ ਕਰੇਗਾ? ਮੰਦਰਾਂ ਤੋਂ ਬਾਹਰ ਜਾ ਕੇ ਵੇਖੋ, ਲੋਕੀ ਦਾਨ ਲੈਂਦੇ ਆ, ਸ਼ਰਾਬਾਂ ਪੀਂਦੇ ਆ, ਟੁੰਨ ਹੋਏ ਪਏ ਹੁੰਦੇ ਮੰਗ ਤੇ, ਪਤਾ ਹੀ ਨਹੀਂ ਦਿਨ ਕਿੱਥੇ ਆ ਰਾਤ ਕਿੱਥੇ। ਨਹਾਉਣਾ ਨਹੀਂ ਧੋਣਾ ਨਹੀਂ, ਪੈਗ ਜ਼ਰੂਰੀ ਹੈ, ਮਾਸ ਜ਼ਰੂਰੀ ਹੈ। ਲਾਕਡਾਊਨ 'ਚ ਵੇਖਿਆ ਨਾ, ਟ੍ਰੇਨਾਂ ਚਲਦੀਆਂ 'ਚ ਤੁਹਾਡੇ ਵੰਡੇ ਹੋਏ ਲੰਗਰ ਸੁੱਟ ਜਾਂਦੇ ਸੀ, ਕਹਿੰਦੇ ਆ ਰੋਟੀਆਂ ਨਹੀਂ ਖਾਣੀਆਂ, ਮੀਟ ਲੈ ਕੇ ਆਓ, ਹਮ ਤੋਂ चिकन से चावल खाते हैं। ये दान है कोई? ये सेवा है कोई? ਰੱਜਿਆਂ ਨੂੰ ਰਜਾਉਂਦੇ ਫਿਰੋ ਤੇ ਉਹ ਲੰਗਰ ਕਿੱਦਾਂ ਬਰਬਾਦ ਨਹੀਂ ਹੋਇਆ, ਸਾਰੀ ਦੁਨੀਆ ਨੂੰ ਪਤਾ ਹੈ। ਡਸਟਬਿਨ ਵਿੱਚ ਰੋਟੀਆਂ ਰੁਲਦੀਆਂ ਰਹੀਆਂ ਨੇ, ਕਿਹਨਾਂ ਨੂੰ ਖਵਾਉਂਦੇ ਫਿਰਦੇ ਸੀ? ਜਿਹੜੇ ਤੁਹਾਡੇ ਨਾਲੋਂ ਚੰਗੀ ਰੋਟੀ ਖਾਂਦੇ ਆ। ਤੇ ਜਿਹੜੇ ਲੋੜਵੰਦ ਸੀ ਉਹਨਾਂ ਤੱਕ ਤੇ ਪਾਣੀ ਵੀ ਨਹੀਂ ਗਿਆ। ਕਿਤੇ ਨਾ ਕਿਤੇ ਅਸੀਂ ਉੱਥੇ ਦਾਨ ਕਰਦੇ ਹਾਂ ਜਿੱਥੇ ਕੈਮਰਾ ਘੁੰਮਦਾ ਹੋਵੇ, ਪਤਾ ਲੱਗੇ ਫਲਾਣਾ ਸਿੰਘ ਫਲਾਣੀ ਸੁਸਾਇਟੀ ਦਾ ਪ੍ਰਧਾਨ ਹੈ, ਇਹਨੇ ਦਾਨ ਕੀਤਾ, ਲੋਕਾਂ ਨੂੰ ਪਤਾ ਲੱਗੇ, ਤਾਂ ਜੋ ਉਸ ਦਾਨ ਦੀ ਆਊਟਪੁੱਟ ਆਵੇ, ਇਨਪੁੱਟ ਆਵੇ। ਤੁਸੀਂ 1 ਲੱਖ ਦਾ ਦਾਨ ਕੀਤਾ ਤੇ ਤੁਹਾਡੀ ਉਹ 'ਚ ਮਸ਼ਹੂਰੀ ਵੀ 20 ਲੱਖ ਦੀ ਹੋ ਗਈ, ਜੋ ਪੈਸੇ ਦੇ ਕੇ ਨਹੀਂ ਸੀ ਹੋਣੀ, ਤੇ 15 ਲੱਖ ਤੁਸੀਂ ਕਮਾ ਲਿਆ। ਕਾਹਦਾ ਦਾਨ ਹੈ? ਸਤਿਗੁਰ ਕਹਿੰਦੇ ਦਾਨ ਐਸਾ ਹੈ ਜਿਹਨੂੰ ਦਾਨ ਦਿੱਤਾ ਏ ਉਹਨੂੰ ਨੀਚਾ ਨਹੀਂ ਵਿਖਾਉਣਾ ਵੀ ਤੂੰ ਲੋੜਵੰਦ ਸੀ ਤੇ ਮੈਂ ਤੈਨੂੰ ਦੇਣ ਵਾਲਾ। ਉਹ ਤੈਨੂੰ ਮਾਲਕ ਨਾ ਆਖੇ, ਪੈਰੀ ਹੱਥ ਨਾ ਤੇਰੇ ਲਾਵੇ। ਕਹਿੰਦੇ ਇਹ ਸਮਝੋ ਪਰਮਾਤਮਾ ਸਾਰੀ ਦੁਨੀਆ ਨੂੰ ਦਾਨ ਦੇ ਕੇ ਸਾਹਾਂ ਦਾ, ਦਾਨ ਦੇ ਕੇ ਪਦਾਰਥਾਂ ਦਾ, ਦਾਨ ਦੇ ਕੇ ਪਰਿਵਾਰਾਂ ਦਾ, ਦਾਨ ਦੇ ਕੇ ਜ਼ਿੰਦਗੀ ਦਾ, ਸੋਹਣਿਆਂ ਅੰਗਾਂ ਦਾ ਕਦੇ ਜਿਤਾਉਂਦਾ ਹੈ ਵੀ ਬੰਦਿਆ ਤੈਨੂੰ ਇੰਨਾ ਕੁਝ ਦਿੱਤਾ ਤੂੰ ਅੱਜ ਭੁੱਲ ਗਿਆ ਮੈਨੂੰ? ਨਹੀਂ, ਉਹ ਫਿਰ ਵੀ ਬਖਸ਼ਿਸ਼ਾਂ ਕਰਦਾ ਹੈ। ਗੁਰੂ ਸਾਹਿਬ ਕਹਿੰਦੇ ਵਿਦਿਆ ਦਾ ਦਾਨ ਬੜਾ ਵੱਡਾ ਦਾਨ ਹੈ। ਵਿਦਿਆ ਆਪ ਪੜ੍ਹਾ ਦਿਓ, ਕਿਸੇ ਨੂੰ ਨਹੀਂ ਪੜ੍ਹਾ ਸਕਦੇ, ਮਾਇਆ ਖਰਚ ਕੇ ਗਰੀਬ ਦਾ ਬੱਚਾ ਪੜ੍ਹਾ ਦਿਓ। ਤੇ ਵੱਡਾ ਦਾਨ ਕੀ ਹੈ? ਜੇ ਤੁਸੀਂ ਆਪ ਜਾਣਦੇ ਹੋ ਨਾ, ਗਰੀਬਾਂ ਦੇ ਲੋੜਵੰਦਾਂ ਦੇ ਬੱਚਿਆਂ ਨੂੰ ਪੜ੍ਹਾਈ ਚੱਲੋ। ਇਹ ਐਡਾ ਵੱਡਾ ਦਾਨ ਹੈ, ਇੰਨਾ ਵੱਡਾ ਪੁੰਨ ਹੈ। ਕਹਿੰਦੇ ਇਸ ਪੁੰਨ ਨੂੰ ਅੱਖਰਾਂ ਵਿੱਚ ਲਿਖਿਆ ਨਹੀਂ ਜਾ ਸਕਦਾ। ਜੋ ਤੁਹਾਡੇ ਕੋਲ ਹੈ ਦੂਜੇ ਨੂੰ ਸਿਖਾਉਣ ਦੀ ਕੋਸ਼ਿਸ਼ ਕਰੋ। ਸਤਿਗੁਰ ਕਹਿੰਦੇ ਰਾਜਨ ਇਹ ਮਹਾਦਾਨ ਹਨ, ਦਾਨਾਂ ਵਿੱਚੋਂ ਦਾਨ ਨੇ। ਤਿਹਿ ਕੋ ਫਲ ਹੈ ਮਿਤ ਬਿਸਲਾ, ਵੇਦ ਸੰਤ ਭਾਖਤ ਇਸ ਢਾਲਾ। ਭਾਈ ਇਸ ਦਾਨ ਦੇ ਫਲ ਬਹੁਤ ਵੱਡੇ ਨੇ। ਸਤਿਗੁਰ ਕਹਿੰਦੇ ਇਹ ਅੰਮ੍ਰਿਤ ਦੇ ਸਮਾਨ ਹੈ। ਧਾਰਮਿਕ ਵੇਦ ਤੇ ਧਾਰਮਿਕ ਸਾਧੂ ਇਸ ਦਾਨ ਨੂੰ ਪ੍ਰੈਫਰ ਕਰਦੇ, ਇਹਦਾ ਜ਼ਿਕਰ ਕਰਦੇ ਆ। ਉਹ ਕਹਿੰਦੇ ਭਾਈ ਆਹ ਦਾਨ ਕਰਿਆ ਕਰੋ। ਵਿਦਿਆ ਪੜ੍ਹਾਈ ਜਾਂਦੀ ਸੀ ਪੁਰਾਣੇ ਸਮਿਆਂ ਦੇ ਵਿੱਚ, ਵਿਦਿਆਲੇ ਖੋਲ੍ਹੇ ਜਾਂਦੇ ਸੀ, ਗੁਰੂਕੁਲ ਹੁੰਦੇ ਸੀ, ਥਾਂ ਤੇ ਪੜ੍ਹਾਇਆ ਜਾਂਦਾ ਸੀ। ਇਸਲਾਮ ਦੇ ਮਦਰਸੇ ਸੀ, ਸਿੱਖਾਂ ਦੀਆਂ ਆਪਣੀਆਂ ਫੁੱਲਬਾੜੀਆਂ ਸੀ। ਅੱਜ ਸਭ ਕੁਝ ਖਤਮ ਹੁੰਦਾ ਜਾਂਦਾ ਹੈ। ਅੱਜ ਕੋਈ ਧਾਰਮਿਕ ਸਥਾਨ ਤੁਹਾਨੂੰ ਇਹੋ ਜਿਹਾ ਨਹੀਂ ਲੱਭਣਾ ਜਿੱਥੇ ਗੁਰਮਤਿ ਸਿਖਾਈ ਜਾਵੇ। ਹੈ ਕਿਤੇ? ਗਿਣਤੀ ਦੀਆਂ ਥਾਵਾਂ ਨੇ। ਅੱਜ ਸਿੱਖਾਂ ਦੇ ਨਾਂ ਤੇ ਵੱਡੇ ਵੱਡੇ ਕਾਲਜ ਨੇ, ਵੱਡੇ ਵੱਡੇ ਸਕੂਲ ਨੇ। ਕਿਤੇ ਆਪਸ਼ਨ ਹੈ ਸਿੱਖਾਂ ਲਈ? ਬਿਲਕੁਲ ਨਹੀਂ। ਸਿਰਫ ਕਮਾਈ ਦਾ ਸਾਧਨ ਨੇ। ਗੁਰੂ ਸਾਹਿਬ ਕਹਿੰਦੇ ਵਿਦਿਆ ਦਿਓਗੇ, ਪੜ੍ਹਾਓਗੇ, ਜਦ ਕੋਈ ਪੜ੍ਹ ਕੇ ਜਾਏਗਾ, ਚੰਗੇ ਕਰਮ ਕਰੇਗਾ, ਕਹਿੰਦੇ ਤੁਹਾਡਾ ਇਹ ਦਾਨ ਮਹਾਦਾਨ ਅੰਮ੍ਰਿਤ ਬਣ ਕੇ ਫੈਲੇਗਾ। ਫੈਲੇ ਵਿਦਿਆ ਚਾਨਣ ਹੋਏ, ਚਾਨਣ ਦਾ ਮਨਾਰਾ ਤੁਹਾਡੀ ਵਿਦਿਆ, ਤੁਹਾਡਾ ਗਿਆਨ ਬਣੇਗਾ। ਤੇ ਫਿਰ ਫਲ ਕਿਹਨੂੰ ਮਿਲੂਗਾ ਜੀ? ਜਿਹਨੇ ਉਸ ਬੱਚੇ ਨੂੰ ਪੜ੍ਹਾਇਆ ਸੀ। ਬੱਚਾ ਵੇਖੋ ਪੜ੍ਹਨ ਵਾਲਾ ਕੋਈ, ਪਰਿਵਾਰ ਵੇਖੋ ਜੇ ਕੋਈ ਲੋੜਵੰਦ ਹੈ, ਨਹੀਂ ਪੜ੍ਹਾ ਸਕਦਾ, ਖਰਚਾ ਨਹੀਂ ਚੁੱਕ ਸਕਦਾ, ਕੋਈ ਫਰਕ ਨਹੀਂ। ਆਪਣੇ ਬੱਚਿਆਂ ਨੂੰ ਪੜ੍ਹਾਉਣਾ ਇੱਕ ਫਰਜ਼ ਹੈ, ਬੇਗਾਨੇ ਦੇ ਨੂੰ ਪੜ੍ਹਾ ਦੇਣਾ ਇੱਕ ਦਾਨ ਹੈ। ਉਹ ਦਾਨ ਲੋਕਾਂ ਤੋਂ ਨਾ ਮੰਗਿਓ, ਰੱਬ ਵੇਖ ਰਿਹਾ, ਉਹ ਜਾਣਦਾ ਤੂੰ ਕਿੱਡੀ ਦਇਆ ਕਰਦਾ ਹੈ। ਕਿਸੇ ਨੂੰ ਵਿਦਿਆ ਦੇ ਰਹੇ ਹੈ। ਗੁਰੂ ਸਾਹਿਬ ਕਹਿੰਦੇ ਰਾਜਨ ਇਹ ਬੜਾ ਵੱਡਾ ਦਾਨ ਹੈ। ਸਾਧੂ ਮਹਾਤਮਾ ਆਪਣੇ ਕੋਲ ਰਹਿਣ ਵਾਲੇ ਜਿੰਨੇ ਸ਼ਿਸ਼ ਹੁੰਦੇ ਨੇ ਉਹਨਾਂ ਨੂੰ ਸਿੱਖਿਆ ਦਿੰਦੇ ਆ, ਉਹਨਾਂ ਨੂੰ ਵਿਦਿਆ ਦਿੰਦੇ ਨੇ। ਪੰਚਮ ਪੂਜਾ ਮਨ ਕਰ ਕਰਨੀ, ਜ਼ਿਦੇ ਭਾਵਨੀ
ਗੁਰੂ ਮਹਿ ਧਰਨੀ। ਕਹਿੰਦੇ ਪੰਜਵਾਂ ਨੇਮ ਹੈ ਜਿਹੜਾ ਉਹ ਹੈ ਹਿਰਦੇ ਕਰਕੇ ਪੂਜਾ ਕਰਨੀ। ਹਿਰਦੇ ਤੋਂ ਪੂਜਾ, ਬਾਹਰੋਂ ਨਹੀਂ। ਥਾਲ 'ਚ ਦੀਵੇ ਲਾਏ, ਧੂਪ ਦੀਪ ਕ੍ਰਿਤ ਸਾਜ ਆਰਤੀ, ਵਾਰ ਨੇ ਜਾਉ ਕਮਲਾ ਭਾਤੀ। ਅੰਦਰੋਂ ਹਿਰਦੇ ਤੋਂ। ਕਹਿੰਦੇ ਜਿੱਥੇ ਪੂਜਾ ਕਰਨੀ ਹੈ ਨਾ ਉੱਥੇ ਗੁਰੂ ਦੇ ਵਿੱਚ ਪੰਜਵਾਂ ਨੇਮ ਕਹਿੰਦਾ ਪੂਰਨ ਸ਼ਰਧਾ। ਪੂਰਨ, ਇਹ ਤੋਂ ਥੱਲੇ ਕੋਈ ਵੀ ਸਮਝੌਤਾ ਨਹੀਂ ਹੈ। ਸਾਨੂੰ ਕਿੰਨੀ ਕੁ ਸ਼ਰਧਾ ਹੈ ਜੀ। ਅੱਜ ਕੋਈ ਸਾਨੂੰ ਬਾਣੀ ਬਾਰੇ ਨਾ ਕੋਈ ਨਵੀਂ ਜਿਹੀ ਚੀਜ਼ ਕੱਢ ਕੇ ਦੱਸ ਦੇ, ਐਦਾਂ ਨਹੀਂ ਜੀ, ਐਦਾਂ ਅਸੀਂ ਉੱਦਾਂ ਹੀ ਉੱਧਰੋਂ ਜਾਣਾ ਹੈ ਵੀ ਮੈਂ ਤੇ ਉੱਥੇ ਸੁਣਿਆ ਸੀ। ਭਾਈ ਸਾਹਿਬ ਤੁਸੀਂ ਐਵੇਂ ਕਿਵੇਂ ਸੁਣਾ ਤਾ? ਕਿਸੇ ਬੰਦੇ ਦਾ ਬੋਲਿਆ ਸੱਚ ਅੰਤਮ ਸੱਚ ਨਹੀਂ ਹੈ। ਮੈਂ ਵੀ ਜੋ ਸੁਣਾ ਰਿਹਾ ਮੈਂ ਕਹਿੰਦਾ ਇਹ ਸੱਚ ਨਹੀਂ ਹੈ। ਗੁਰੂ ਸੱਚ ਹੈ। ਜਿੰਨੀ ਕਿਸੇ ਦੀ ਸੋਝੀ ਉਹਨਾਂ ਕੁ ਵਿਖਿਆਨ ਕਰ ਜਾਂਦਾ ਹੈ। ਪਰ ਜੇ ਕੋਈ ਆਖੇ ਵੀ ਮੇਰੀ ਸੁਣਾਈ ਕਥਾ ਹੀ ਸੱਚ ਹੈ, ਫਲਾਣੇ ਦੀ ਸੁਣਾਈ ਸੱਚ ਹੈ, ਇਹ ਨਹੀਂ ਹੋ ਸਕਦਾ। ਸਾਡੇ ਤੋਂ ਵੱਧ ਵੱਧ ਤੋਂ ਵੱਧ ਵੱਧ ਤੋਂ ਵੱਧ ਸੋਝੀ ਵਾਲੇ ਬੈਠੇ ਆ। ਇੱਕ ਤੋਂ ਇੱਕ ਵਿਦਵਾਨ ਜੀ ਤੇ ਗੁਰੂ ਸਾਹਿਬ ਦੀ ਕਿਰਪਾ ਹੈ। ਸਾਡਾ ਕਾਹਦਾ ਹੈ? ਈਰਖਾ ਕਾਹਦੀ ਹੈ? ਜਿਹਦੇ ਕਰਮਾਂ ਦੇ ਵਿੱਚ ਜਿੰਨਾ ਗੁਣ ਪਰਮਾਤਮਾ ਨੇ ਬਖਸ਼ਿਆ ਉਹਨੂੰ ਖੋ ਕੋਈ ਨਹੀਂ ਸਕਦਾ। ਹਾਂ, ਉਹਨੂੰ ਸਿੱਖ ਸਕਦਾ ਹੈ, ਕੋਈ ਧਾਰਨ ਕਰ ਸਕਦਾ ਏ। ਇਸ ਲਈ ਜਿੱਥੋਂ ਵੀ ਕਿਤੇ ਚੰਗੇ ਗੁਣ ਮਿਲਦੇ ਸਿੱਖ ਲੈਣੇ ਚਾਹੀਦੇ ਆ। ਪਰ ਗੁਣ ਉਹੀ ਸੁਣਿਓ ਜਿਹਦੇ ਨਾਲ ਗੁਰੂ ਪ੍ਰਤੀ ਸ਼ਰਧਾ ਹੋਵੇ। ਅੱਜ ਗੁਰੂ ਦੀ ਹਜ਼ੂਰੀ ਵਿੱਚ ਇਦਾਂ ਦਾ ਪ੍ਰਚਾਰ ਘਾਤਕ ਕੀਤਾ ਜਾਂਦਾ ਹੈ। ਗੁਰੂ ਕੋਲ ਬੈਠ ਕੇ ਇਹੀ ਦੱਸਿਆ ਜਾਂਦਾ ਵੀ ਗੁਰੂ ਦਾ ਤੇ ਫਾਇਦਾ ਹੀ ਕੋਈ ਨਹੀਂ। ਸੁਣ ਰਹੇ ਹੋ ਨਾ? ਨਿਤ ਦੀਵਾਨਾਂ ਦੇ ਨਾਂ 'ਤੇ ਕੀ ਕੁਛ ਚੱਲਦਾ ਪੰਜਾਬ ਦੇ ਵਿੱਚ। ਰੱਬ ਹੈ ਨਹੀਂ, ਪਰਮਾਤਮਾ ਵੀ ਹੈ ਨਹੀਂ ਕਹਿੰਦੇ। ਕੋਈ ਅਮਰ ਸੰਚਾਰ ਨਹੀਂ ਕੀਤਾ, ਕੋਈ ਤਤੀ ਤਵੀ 'ਤੇ ਨਹੀਂ ਬੈਠਾ, ਕਿਸੇ ਨੇ ਸੀਸ ਨਹੀਂ ਕਟਾਇਆ। ਅੱਜ ਸਾਡੇ ਪ੍ਰਚਾਰਕਾਂ ਦੇ ਟੁੱਟਿਆਂ ਮੂੰਹਾਂ 'ਚੋਂ ਇਹ ਗੱਲਾਂ ਨਿਕਲ ਰਹੀਆਂ ਜੋ ਆਪ ਕਿਰਪਾਨਾਂ ਪਾਈ ਫਿਰਦੇ ਅੰਮ੍ਰਿਤ ਦੇ ਵਿਰੁੱਧ ਬੋਲਦੇ ਆ। ਤੇ ਅਸੀਂ ਲੋਕ ਖੁਸ਼ ਹੋ ਕੇ ਸੁਣਦੇ ਹਾਂ ਜੀ ਨਵਾਂ ਉਪਦੇਸ਼ ਹੈ, ਨਵਾਂ ਗਿਆਨ ਹੈ। ਪਰ ਗੁਰੂ ਸਾਹਿਬ ਕਹਿੰਦੇ ਸਿੱਖ ਦਾ ਨੇਮ ਇਹ ਹੋਵੇ ਜਿੱਥੇ ਤੁਹਾਨੂੰ ਲੱਗਦਾ ਕੋਈ ਗੁਰੂ ਦੇ ਵਿਰੁੱਧ ਗੱਲ ਕਰਦਾ ਸ਼ਟ ਡਾਊਨ ਕਰ ਦਿਓ, ਬੰਦ ਕਰ ਦਿਓ ਵੀ ਨਹੀਂ, ਮੈਂ ਆਪਣੇ ਮਾਲਕ ਖਸਮ ਪਰਮਾਤਮਾ ਦੇ ਵਿਰੁੱਧ ਇੱਕ ਸ਼ਬਦ ਵੀ ਸੁਣ ਨਹੀਂ ਸਕਦਾ। ਕਿਉਂਕਿ ਮੇਰੀ ਸ਼ਰਧਾ ਹੈ, ਮੇਰਾ ਅਕੀਦਾ ਹੈ, ਮੇਰੀ ਭਾਵਨਾ ਹੈ। ਸਾਹਿਬ ਕਹਿੰਦੇ ਐਸੀ ਭਾਵਨਾ ਅੰਦਰੋਂ ਹੋਵੇ, ਭਾਵਨਾ ਨਾਲ ਕੀਤੀ ਹੋਈ ਆਰਤੀ ਤੇ ਭਾਵਨਾ ਨਾਲ ਕੀਤੀ ਹੋਈ ਪੂਜਾ ਸਦਾ ਹੀ ਸਫਲ ਹੁੰਦੀ ਹੈ। ਸਫਲੀ ਪੂਜਾ ਹੋਵਤ ਤਾਂ ਕੀ, ਸਦਾ ਭਾਵਨੀ ਸੋ ਮਤ ਜਾਕੇ। ਜਿਨ੍ਹਾਂ ਦੀ ਮਤ ਦੇ ਵਿੱਚ ਭਾਵਨਾ, ਕਿਉਂਕਿ ਰੱਬ ਨੇ ਤੁਹਾਡਾ ਚਿਹਰਾ ਨਹੀਂ ਦੇਖਣਾ। ਸਾਨੂੰ ਇਹ ਲੱਗਦਾ ਹੈ ਵੀ ਅਸੀਂ ਗੁਰਦੁਆਰੇ ਆਉਂਦੇ ਆ, ਮੰਦਰ ਮਸਜਿਦ, ਕੋਈ ਧਰਮ ਦਾ ਬੰਦਾ ਆਉਂਦਾ ਹੈ, ਕਿਤੇ ਮਰਗ ਸਾਨੂੰ ਆਉਂਦੇ ਆ ਉਹਨੂੰ ਦੇਖਦੇ ਆ। ਨਹੀਂ, ਵੇਖੂਗਾ ਤੇ ਉਹ ਜਿਹੜਾ ਪਰਦੇ 'ਚ ਬੈਠਾ ਹੈ, ਜਿਹੜਾ ਤੇਰੇ ਦਿਲ ਦੇ ਵਿੱਚ ਹੀ ਬੈਠਾ ਹੈ। ਤੇਰੇ ਮਨ 'ਚ ਕੀ ਫੁਰਨੇ ਆਉਂਦੇ ਆ, ਸਤਿਗੁਰੂ ਉਹ ਵੇਖਦੇ, ਚਿਹਰੇ ਥੋੜਾ ਵੇਖਦੇ ਆ। ਸਪਸ਼ਟ ਗੁਰੂ ਸਾਹਿਬ ਨੇ ਕਹਿਤਾ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਕਹਿੰਦੇ ਮੈਨੂੰ ਸਿੱਖ ਨਾਲ ਕੋਈ ਪਿਆਰ ਨਹੀਂ, ਮੈਨੂੰ ਰਹਿਤ ਨਾਲ ਪਿਆਰ ਹੈ, ਜੀਵਨ ਨਾਲ ਪਿਆਰ ਹੈ, ਤੇਰੇ ਅੰਦਰ ਦੀ ਭਾਵਨਾ ਨਾਲ ਪਿਆਰ ਹੈ। ਗੁਰੂ ਨੂੰ ਦੱਸਣਾ ਨਹੀਂ ਪੈਣਾ ਮੈਂ ਕਿੰਨਾ ਕੁ ਪਿਆਰ ਸਤਿਗੁਰੂ ਤੈਨੂੰ ਕਰਦਾ। ਦੱਸਣ ਦੀ ਲੋੜ ਹੈ, ਉਹ ਤੇ ਦਿਲਾਂ ਦੀਆਂ ਜਾਣਦਾ ਹੈ। ਤੇਰੀ ਚੱਲਦੇ ਦੀ ਤੋਰ ਨੂੰ ਪਛਾਣਦਾ ਹੈ ਪਰਮਾਤਮਾ। ਤੇਰਾ ਇੱਕ ਕਦਮ ਗੁਰੂ ਘਰ ਨੂੰ ਪੁੱਟਿਆ ਤੇ ਕਿਉਂ ਪੁੱਟਿਆ, ਕੈਸੀ ਭਾਵਨਾ ਨਾਲ ਪੁੱਟਿਆ। ਮਰਦ ਕਹਿੰਦੇ ਅੰਦਰ ਦੀ ਸ਼ਰਧਾ ਨਾਲ ਜਦੋਂ ਪੂਜਾ ਕਰੇਗਾ ਨਾ, ਤੇਰੀ ਇਹ ਪੂਜਾ ਸਫਲੀ ਹੋਏਗੀ, ਤੇਰੀ ਇਹ ਅਰਦਾਸ ਸੁਣੀ ਜਾਏਗੀ। ਜੇ ਤੂੰ ਡੰਗ ਟਪਾਊ ਲੋਕਾਂ ਵਾਂਗੂ ਤੁਰਿਆ ਤੇ ਫਿਰਦਾ ਭੀੜ ਦਾ ਹਿੱਸਾ ਬਣ ਕੇ, ਅੰਦਰ ਖਾਲੀ ਹੈ। ਜਿੱਥੇ ਮਰਦੀ ਫਿਰੀ ਜਾਈ, ਠਾੜ ਤੀਰਥਾਂ ਤੇ ਨਹਾ ਲਈ, ਗੰਗਾ ਜਮਨਾ ਤੇ ਜਾ ਆਈ, ਚਾਰ ਧਾਮਾਂ ਦੀ ਯਾਤਰਾ ਕਰ ਆਈ, ਰਹੇਗਾ ਖਾਲੀ ਦਾ ਖਾਲੀ। ਪਰ ਭਰੇਗਾ ਉਹ ਜਿਹਨੂੰ ਆਪਣੇ ਖਸਮ ਭਰੋਸਾ ਹੈ, ਆਪਣੇ ਮਾਲਕ ਤੇ ਭਰੋਸਾ ਹੈ, ਜਿਹਨੂੰ ਆਪਣੇ ਵਾਹਿਗੁਰੂ ਪਰਮਾਤਮਾ ਤੇ ਇਤਬਾਰ ਹੀ ਨਹੀਂ। ਭਰੋਸਾ ਇਹ ਵੀ ਕੋਈ ਬਾਬਾ ਵੀ ਮੈਨੂੰ ਠੀਕ ਕਰ ਸਕਦਾ ਹੈ, ਕੋਈ ਸਾਧ ਮੇਰੇ ਕਰਮ ਬਦਲ ਦੂਗਾ, ਕੋਈ ਤਾਂਤਰਿਕ ਫੂਕ ਮਾਰ ਕੇ ਮੇਰਾ ਪਰਿਵਾਰ ਠੀਕ ਕਰ ਦੂਗਾ। ਭਾਈ ਫਿਰ ਗੁਰੂ ਘਰ ਆਉਣ ਦਾ ਫਾਇਦਾ ਕੀ ਹੈ? ਫਿਰ ਗੁਰੂ ਨੂੰ ਕਿਉਂ ਮੱਥੇ ਟੇਕਦਾ ਫਿਰਦਾ, ਨੱਕ ਘਸਾਉਂਦਾ ਫਿਰਦਾ? ਤੈਨੂੰ ਲੱਗਦਾ ਵੀ ਕੋਈ ਹੋਰ ਵੀ ਠੀਕ ਕਰ ਸਕਦਾ? ਨਹੀਂ, ਵਿਸ਼ਵਾਸ ਐਡਾ ਵੀ ਜੇ ਮੈਨੂੰ ਮੇਰੇ ਸਤਿਗੁਰ ਠੀਕ ਨਹੀਂ ਕਰ ਸਕਦੇ, ਮੈਨੂੰ ਕਿਸੇ ਹੋਰ ਦੇ ਸਲਾਹ ਦੀ ਵੀ ਲੋੜ ਨਹੀਂ ਹੈ, ਕਿਸੇ ਹੋਰ ਦੀ ਮਦਦ ਦੀ ਲੋੜ ਨਹੀਂ ਹੈ। ਮੈਨੂੰ ਜਿੱਥੇ ਰੱਖਦਾ ਮੈਂ ਉੱਥੇ ਖੁਸ਼ ਹਾਂ। ਐਡੀ ਵੱਡੀ ਭਾਵਨਾ, ਐਡਾ ਭਰੋਸਾ, ਐਡਾ ਵਿਸ਼ਵਾਸ ਆਪਣੇ ਗੁਰੂ ਤੇ ਹੋਵੇ। ਦੋਹਰਾ
ਛਠਮ ਨੇਮ ਨਿਜ ਗੁਰ ਸ਼ਬਦ ਤਾਂ ਕਿ ਜੇ ਅਨੁਸਾਰ। ਮਹਾਰਾਜ ਕਹਿੰਦੇ ਛੇਵਾਂ ਨੇਮ ਕੀ ਆ ਯੋਗ ਦਾ? ਆਪਣੇ ਗੁਰੂ ਦੇ ਸ਼ਬਦ ਦੇ ਮੁਤਾਬਕ ਚੱਲਣਾ। ਇਹ ਬੜਾ ਔਖਾ ਕੰਮ ਹੈ। ਖਾਸ ਕਰਕੇ ਮੁਸਲਮਾਨ ਆਪਣੇ ਧਰਮ ਨੂੰ ਬੜੇ ਪਿਆਰ ਨਾਲ ਨਿਭਾਉਂਦੇ, ਬੜਾ ਪਿਆਰ ਕਰਦੇ, ਉਹ ਧਰਮ ਪ੍ਰਤੀ ਵਫਾਦਾਰ ਨੇ। ਉਹ ਅੱਲਾ ਤੋਂ ਬਿਨਾਂ ਗੱਲ ਹੀ ਨਹੀਂ ਕਰਦੇ ਕੋਈ। ਤੇ ਸਾਡੇ ਵਾਲਾ ਲਾਣਾ ਗਾਲ ਬਿਨਾਂ ਗੱਲ ਨਹੀਂ ਕਰਦਾ। ਇਹ ਗੁਰਦੁਆਰੇ ਮੰਦਰ ਮਸਜਿਦ ਖੜੇ ਹੋਏ ਕਹਿੰਦੇ ਲੈ ਇੱਧਰ ਹੋ ਕੇ ਗੱਲ ਕਰ ਲਾ, ਦਰਬਾਰ ਸਾਹਿਬ ਦੇ ਸਾਹਮਣੇ ਥੋੜਾ ਖੜਨਾ, ਬਾਹਰ ਆ ਜਾ ਯਾਰ, ਉੱਥੇ ਕਰਦੇ ਆ ਗੱਲ ਪਾਰਕ 'ਚ। ਮਤਲਬ ਪਾਰਕ 'ਚ ਨਹੀਂ ਗੁਰੂ ਹੈਗਾ, ਅੰਦਰ ਹੀ ਬੈਠਾ ਗੱਲ ਆ। ਅੱਲਾ ਨੂੰ ਮੰਨਣ ਵਾਲਾ ਕਹਿੰਦਾ ਨਹੀਂ ਅੱਲਾ ਜਾਣਦਾ ਭਾਈ, ਐਦਾਂ ਨਾ ਕਰ। ਰਾਮ ਜੀ ਨੂੰ ਮੰਨਣ ਵਾਲਾ ਕਿਤੇ ਨਾ ਕਿਤੇ ਡਰ ਰੱਖਦਾ ਹੈ, ਪਰ ਸਾਡੇ ਵਾਲੀ ਜਿਹੜੀ ਕੌਮ ਆ ਨਾ ਅੱਜ ਨਿਡਰ ਹੋਈ ਫਿਰਦੀ, ਕੋਈ ਡਰ ਨਹੀਂ, ਕੋਈ ਭੈ ਹੀ ਨਹੀਂ ਸਾਨੂੰ। ਸਤਿਗੁਰ ਕਹਿੰਦੇ ਆਪਣੇ ਗੁਰੂ ਦਾ ਡਰ ਰੱਖਣਾ ਪੈਣਾ ਹੈ। ਗੁਰੂ ਦਾ ਸ਼ਬਦ ਜੀਵਨ ਵਿੱਚ ਕਮਾ, ਤੈਨੂੰ ਗੁਰੂ ਤੋਂ ਮੰਗਣ ਦੀ ਲੋੜ ਨਹੀਂ ਪੈਣੀ। ਜਦੋਂ ਤੂੰ ਗੁਰੂ ਦੇ ਬਚਨਾਂ ਤੇ ਚੱਲੇਗਾ, ਰਾਹਾਂ ਤੇ ਚੱਲੇਗਾ, ਗੁਰੂ ਤੈਨੂੰ ਆਪ ਪਿਆਰ ਕਰੂਗਾ। ਗੁਰੂ ਤੇ ਐਡਾ ਪਿਆਰਾ ਏ, ਇੱਕ ਕਦਮ ਚੱਲ ਕੇ ਇਹਦੇ ਕੋਲੇ ਆਏ, ਤੇਰੇ ਕੋਲ ਹਜ਼ਾਰਾਂ ਕਦਮ ਚੱਲ ਕੇ ਆਉਂਦਾ ਹੈ। ਐਸਾ ਪਿਆਰਾ ਗੁਰੂ ਹੈ ਕੋਈ? ਫਿਰ ਬਾਣੀ ਕੀ ਲਿਖਦੀ ਹੈ? ਐਸੇ ਗੁਰ ਕਉ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੇ। ਕੁਰਬਾਨ ਜਾਈਏ, ਆਪਾ ਵਾਰ ਦਈਏ। ਜਿਹੜਾ ਆਪ ਮੁਕਤ ਹੈ ਤੇ ਦੂਜਿਆਂ ਨੂੰ ਤਾਰਦਾ ਹੈ, ਜੋ ਸਦਾ ਹੀ ਮੁਕਤ ਹੈ। ਜਿਹਨੇ ਆਪਣਾ ਆਪ ਜਨਮ ਮਰਨ ਤੋਂ ਰਹਿਤ ਰੱਖਿਆ, ਉਹ ਤੈਨੂੰ ਜੰਮਣ ਮਰਨ ਤੋਂ ਬਚਾਏਗਾ। ਉਹ ਸਵਾਮੀ ਹੈ, ਉਹ ਮਾਲਕ ਹੈ, ਉਹਨੂੰ ਅੱਲਾ ਕਹਿੰਦੇ ਆ। ਕਿਤੇ ਐਡਾ ਭਰੋਸਾ ਤੈਨੂੰ ਹੋਣਾ ਚਾਹੀਦਾ। ਮੇਰਾ ਸਤਿਗੁਰ ਕਹਿੰਦਾ ਉਹ ਅਜ਼ੂਨੀ ਹੈ, ਜੂਨ ਤੋਂ ਰਹਿਤ। ਉਹ ਜੰਮਦਾ ਮਰਦਾ ਨਹੀਂ। ਇੱਥੇ ਸਾਨੂੰ ਕੋਈ ਮਾੜਾ ਜਿਹਾ ਕਹਿ ਦੇਣਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਲਾਣੇ ਇਲਾਕੇ 'ਚ ਅਵਤਾਰ ਧਾਰਿਆ, ਮੈਂ ਕਹਿੰਦਾ ਸਾਡੇ ਵਾਲੇ ਟਰਾਲੀਆਂ ਜੋੜ ਕੇ ਤੁਰ ਪੈਂਦੇ ਉੱਧਰ ਨੂੰ, ਲੈ ਬਾਬਾ ਆ ਗਿਆ ਜੀ, ਹੁਣ ਤੇ ਮਹਾਰਾਜ ਦੇ ਫਲਾਣਾ ਸੇਵਕ ਆ ਗਿਆ ਜੀ। ਉਹ ਗੁਰੂ ਕੇ ਸਿੱਖ ਜੰਮਣ ਮਰਨ ਤੋਂ ਰਹਿਤ ਨੇ, ਉਹ ਨਹੀਂ ਜੰਮਦੇ ਮਰਦੇ। ਹਾਂ ਮਰਜ਼ੀ ਆ ਉਹਨਾਂ ਦੀ, ਮਰਜ਼ੀ ਨਾਲ ਆ ਜਾਣ, ਪਰ ਉਹ ਮੁਕਤ ਹਨ। ਉਸ ਜਨ ਨੂੰ ਤੇ ਦੁਨੀਆ ਨਮਸਕਾਰਾਂ ਕਰਦੀ ਜਿਹੜਾ ਆਪ ਤਰਿਆ ਹੋਇਆ, ਉੱਥੇ ਪੂਰਾ ਸਤਿਗੁਰੂ ਹੈ। ਕਹਿੰਦੇ ਸਿੱਖ ਨੇ ਆਪਣੇ ਗੁਰੂ ਦੇ ਬਚਨਾਂ ਨੂੰ ਕਮਾਉਣਾ ਹੈ, ਮੰਨਣਾ ਹੈ। ਜੇ ਗੁਰੂ ਦਾ ਬਚਨ ਸਿੱਖ ਨੇ ਨਹੀਂ ਮੰਨਿਆ ਤੇ ਸਿੱਖ ਗੁਰੂ ਦਾ ਹੋਇਆ ਕਿਵੇਂ? ਸਿੱਖ ਦਾ ਰਿਸ਼ਤਾ ਗੁਰੂ ਨਾਲ ਕਾਹਦਾ ਹੈ? ਖੂਨ ਦਾ ਰਿਸ਼ਤਾ ਹੈ ਕੋਈ? ਨਹੀਂ। ਜ਼ਮੀਨ ਦਾ ਰਿਸ਼ਤਾ ਹੈ? ਨਾ। ਪੈਸਿਆਂ ਦਾ? ਬਿਲਕੁਲ ਨਹੀਂ। ਸਿੱਖ ਦਾ ਗੁਰੂ ਨਾਲ ਰਿਸ਼ਤਾ ਹੈ ਗੁਰੂ ਦੀ ਵਿਚਾਰਧਾਰਾ ਦਾ, ਜੋ ਗੁਰੂ ਨੇ ਉਪਦੇਸ਼ ਦਿੱਤਾ ਏ। ਜੇ ਸਿੱਖ ਨੇ ਜੀਵਨ ਵਿੱਚ ਕਮਾਇਆ, ਉਹ ਸਿੱਖ ਵੀ ਗੁਰੂ ਵਰਗਾ ਹੋ ਗਿਆ। ਤਿਨ ਹੀ ਕੋ ਪੜ੍ਹੈ ਸੁਣੇ, ਤਿਨ ਕੋ ਕਰੇ ਵਿਚਾਰ। ਮਹਾਰਾਜ ਕਹਿੰਦੇ ਤਿੰਨ ਹੀ ਕੋ ਪੜ੍ਹ ਹੈ ਸੁਣ ਹੈ, ਤਿੰਨ ਹੀ ਕਰੇ ਵਿਚਾਰ। ਕਹਿੰਦੇ ਆਪਣੇ ਗੁਰੂ ਦੀ ਵਿਚਾਰਧਾਰਾ ਨੂੰ ਪੜ੍ਹਨਾ ਹੈ, ਉਸੇ ਨੂੰ ਸੁਣਨਾ ਹੈ, ਉਸੇ ਦੀ ਵਿਚਾਰ ਕਰਨੀ ਹੈ। ਗੁਰਮਤਿ ਤੋਂ ਬਾਹਰ ਸਿੱਖ ਨੇ ਨਹੀਂ ਜਾਣਾ। ਗੁਰਮਤਿ ਕਿਹੜੀ ਹੈ? ਗੁਰੂ ਦੀ ਮੱਤ। ਗੁਰੂ ਕਹਿੰਦੇ ਭਾਈ ਨਾਮ ਜਪਣ ਵਾਲੇ ਜੰਮਦੇ ਮਰਦੇ ਨਹੀਂ, ਤੇ ਨਾਮ ਜਪਣ ਵਾਲਾ ਮਰਿਆਂ ਗਲਿਆਂ ਨੂੰ ਪੂਜਦਾ ਫਿਰੇ। ਗੁਰਮਤਿ ਤੋਂ ਬਾਹਰ ਨਹੀਂ ਹੈ, ਇਹਨੂੰ ਕਹਿੰਦੇ ਗੁਰਮਤਿ ਤੋਂ ਬਾਹਰ ਹੋਣਾ। ਕਹਿੰਦੇ ਸਿੱਖ ਨੇ ਗੁਰੂ ਦੀ ਮੱਤ ਤੋਂ ਬਾਹਰ ਨਹੀਂ ਜਾਣਾ। ਗੁਰੂ ਨੇ ਇੱਕ ਮਰਿਆਦਾ ਦਾ ਦਾਇਰਾ ਸਿੱਖ ਨੂੰ ਦਿੱਤਾ ਹੋਇਆ ਹੈ, ਭਾਵੇਂ ਉਹ ਯੋਗੀ ਹੈ, ਸਾਧੂ ਹੈ, ਸਿੱਖ ਹੈ। ਹੁਕਮ 'ਚ ਰਹਿਣਾ ਹੈ, ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਈਸ। ਜੇ ਹੁਕਮ ਗੁਰੂ ਦਾ ਮੰਨੇਗਾ, ਗੁਰੂ ਦੇ ਦਰਬਾਰ 'ਚ ਪ੍ਰਵਾਨ ਹੋਏਗਾ। ਜੇ ਗੁਰੂ ਨੇ ਪ੍ਰਵਾਨ ਨਹੀਂ ਕੀਤਾ, ਮਤਲਬ ਗੁਰੂ ਨੇ ਐਕਸੈਪਟ ਕਰ ਲਿਆ ਵੀ ਤੂੰ ਮੇਰਾ ਹੈ, ਫਿਰ ਤੈਨੂੰ ਖਸਮ ਅਕਾਲ ਪੁਰਖ ਦਾ ਮਹਿਲ ਪ੍ਰਾਪਤ ਹੋਏਗਾ। ਉਹ ਮਹਿਲ ਕਿਹੜਾ ਹੈ? ਨਿਜ ਘਰ ਮਹਿਲ ਪਾਵੋ ਸੁਖ ਸਹਜੇ, ਬਹੁਰ ਨਾ ਹੋਏਗੋ ਫੇਰਾ। ਉਹ ਨਿਜ ਘਰ ਆਸਣ ਹੈ। ਅਕਾਲ ਪੁਰਖ ਦਾ ਰੂਪ ਜਿਹੜਾ ਜੰਮਦਾ ਮਰਦਾ ਨਹੀਂ, ਇੱਕ ਓੰਕਾਰ ਹੈ। ਮਰਦ ਕਹਿੰਦੇ ਗੁਰੂ ਦੀ ਸਿੱਖਿਆ ਨੂੰ ਸਿੱਖਣਾ ਹੈ, ਜੀਵਨ ਵਿੱਚ ਕਮਾਉਣਾ ਹੈ, ਕਮਾ ਕੇ ਧਾਰਨ ਕਰਕੇ। ਗੁਰੂ ਤੋਂ ਬਾਹਰ ਕੁਝ ਸੋਚਣਾ ਨਹੀਂ, ਕੁਝ ਮੰਨਣਾ ਨਹੀਂ। ਜਿਵੇਂ ਇੱਕ ਮੁਸਲਮਾਨ ਅੱਲਾ ਤੋਂ ਬਾਹਰ ਦੀ ਗੱਲ ਹੀ ਨਹੀਂ ਕਰਦਾ, ਗੱਲ ਹੀ ਖਤਮ ਕਰ ਦਿੰਦਾ। ਤੇ ਅਸੀਂ ਤੇ ਇੱਧਰ ਉੱਧਰੋਂ ਪਤਾ ਕਰਦੇ ਫਿਰਦੇ ਹਾਂ ਵੀ ਫਲਾਣੀ ਦਾ ਪ੍ਰਚਾਰ ਬੜਾ ਵਧੀਆ ਜੀ, ਉਹ ਕਹਿੰਦਾ ਗੁਰੂ ਕੁਛ ਨਹੀਂ, ਕਿਰਪਾਨ ਦੀ ਲੋੜ ਕੋਈ ਨਹੀਂ, ਬਸ ਰੈਡੀਮੇਡ ਸਿੱਖੀ ਚਾਹੀਦੀ ਹੈ। ਫਿਰ ਇਹ ਵੀ ਕਿਉਂ ਚਾਹੀਦੀ ਹੈ?
ਜੇ ਤੈਨੂੰ ਸ੍ਰੀ ਸਾਹਿਬ ਦਾ ਭਾਰ ਲੱਗਦਾ, ਜੇ ਤੈਨੂੰ ਨਿਤਨੇਮ ਦਾ ਭਾਰ ਲੱਗਦਾ, ਨਹਾਉਣਾ ਤੈਨੂੰ ਔਖਾ ਲੱਗਦਾ ਹੈ, ਕਿਹੜਾ ਤੇਰੇ ਸਿਰ ਤੇ ਆਰਾ ਰੱਖਿਆ ਵੀ ਤੂੰ ਸਿੱਖ ਹੀ ਬਣਨਾ, ਨਾ ਬਣ, ਚੰਗਾ ਨਹੀਂ। ਇੱਕ ਪਾਸੇ ਤੇ ਹੈ ਲੋਕ ਨਾਸਤਿਕ ਦੇ ਕਹਿੰਦੇ ਠੀਕ ਤੇ ਹੈ ਨਾ, ਵਿੱਚ ਵਿਚਾਲੇ ਤੁਰੇ ਫਿਰਦੇ, ਗੁਰੂ ਦੀ ਮੰਨਣੀ ਵੀ ਕੋਈ ਨਹੀਂ ਤੇ ਕਹਿੰਦੇ ਅਸੀਂ ਗੁਰੂ ਬਿਨਾਂ ਰਹਿ ਵੀ ਨਹੀਂ ਸਕਦੇ। ਤੇ ਇਹੋ ਜਿਹਾ ਬੰਦਾ ਕਿੱਧਰ ਦਾ ਜੀ, ਨਾ ਇਸ ਪਾਰ ਦਾ ਨਾ ਉਸ ਪਾਰ ਦਾ, ਦੋ ਵੇੜੀਆਂ ਤੇ ਪੈਰ ਨੇ। ਗੁਰੂ ਸਾਹਿਬ ਨੇ ਸਪਸ਼ਟ ਕਹਿ ਦਿੱਤਾ, ਰਾਜਾ ਸ਼ਿਵਨਾਭ ਗੁਰੂ ਦੇ ਬਚਨਾਂ ਤੇ ਭਰੋਸਾ ਕਰਨਾ ਹੈ। ਜੇ ਗੁਰੂ ਨੇ ਦਿਨ ਵਿੱਚ ਕਹਿਤਾ ਨਾ ਰਾਤ ਹੈ ਤੇ ਰਾਤ ਹੀ ਹੈ, ਭਾਈ ਲੈਣਾ। ਗੁਰੂ ਅੰਗਦ ਦੇ ਪਾਤਸ਼ਾਹ ਅੱਧੀ ਰਾਤ ਦਾ ਸਮਾਂ 1:30 ਵਜੇ ਆ, ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਲੈਣੇ ਆ, ਉਹ ਪਿਆਰੇ ਆ, ਕਹਿੰਦੇ ਹਾਂਜੀ ਪਾਤਸ਼ਾਹ। ਕਹਿੰਦੇ ਸੱਜਣਾ ਸਾਡੇ ਕੱਪੜੇ ਲੈ ਜਾ ਰਾਵੀ ਤੇ ਧੋ ਕੇ ਸੁਕਾ ਲਿਆ, ਧੁੱਪ ਚੜੀ ਹੋਈ ਹੈ। ਇਹ ਬਚਨ ਪਹਿਲਾਂ ਬਾਬਾ ਸ੍ਰੀ ਚੰਦ ਨੂੰ ਆਖੇ, ਕਹਿੰਦੇ ਬੁੱਢਾ ਹੋ ਗਿਆ, ਦਿਮਾਗ 80 ਸਾਲ ਦਾ ਹੋ ਗਿਆ, ਕਿਹੋ ਜਿਹੀਆਂ ਗੱਲਾਂ, ਹਨੇਰਾ ਬਾਹਰ ਦਿਸਦਾ ਨਹੀਂ ਇਹਨੂੰ, ਇੱਥੋਂ ਤੱਕ ਬੋਲ ਗਏ। ਬਾਬਾ ਲਖਮੀ ਦਾਸ ਕਹਿੰਦੇ ਬਾਪੂ ਨਾਲ ਤੇ ਗੱਲ ਕਰਨੀ ਮਾੜੀ, ਕੀ ਕਰੀਏ, ਅੱਧੀ ਰਾਤ ਨਾ ਸੌਂਦੇ ਨਾ ਸੌਣ ਦਿੰਦੇ। ਪਰ ਜਦੋਂ ਭਾਈ ਲਹਿਣਾ ਜੀ ਦੀ ਵਾਰੀ ਆਈ ਨਾ, ਗੁਰੂ ਅੰਗਦ ਦੇ ਪਾਤਸ਼ਾਹ ਦੀ, ਕੱਪੜੇ ਚੁੱਕੇ, 7 ਬਚਨ ਆਖਿਆ, ਰਾਵੀ ਦੇ ਕਿਨਾਰੇ ਤੇ ਆਏ। ਸਾਰੇ ਰਸਤੇ ਹਨੇਰਾ, ਪਰ ਸ਼ੰਕਾ ਨਹੀਂ ਕੀਤਾ, ਕਿਉਂਕਿ ਗੁਰੂ ਨੇ ਕਿਹਾ ਵੀ ਧੁੱਪ ਚੜੀ ਹੈ। ਜਦੋਂ ਬਸਤਰ ਲੱਗੇ ਧੋਣ, ਚਾਨਣ ਹੋਣ ਲੱਗ ਪਿਆ। ਜਦੋਂ ਧੋ ਕੇ ਸੁੱਕਣੇ ਪਾਉਣ ਲੱਗੇ ਨਾ ਝਾੜਾਂ ਤੇ ਰਾਵੀ ਦੇ ਕਿਨਾਰੇ, ਧੁੱਪ ਚੜ ਗਈ, ਸੁੱਕ ਗਏ। ਸੁੱਕਿਆਂ ਨੂੰ ਲੈ ਕੇ ਗਏ। ਬਾਬਾ ਸ੍ਰੀ ਚੰਦ ਪੁੱਛਦੇ, ਕਹਿੰਦੇ ਪੁਰਖਾ ਬਾਪੂ ਤੇ ਸਾਡਾ ਕਮਲਾ ਹੈ, ਤੂੰ ਵੀ ਕਮਲਾ ਹੀ ਹੈ। ਨਹੀਂ ਬੋਲੇ ਕੁਛ। ਪਰ ਜਦੋਂ ਕੱਪੜੇ ਸੁੱਕੇ ਵੇਖੇ ਫਿਰ ਪੁੱਛਦੇ, ਕਹਿੰਦੇ ਸੁੱਕੇ ਕਿਵੇਂ? ਕਹਿੰਦੇ ਜਿਹਨੇ ਧੁੱਪ ਚੜਾਈ ਉਸੇ ਨੇ ਸਕਾਏ। ਆਖੋ ਸਤਨਾਮ। ਗੁਰ ਕਾ ਬਚਨ ਵਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਕੈ ਜਾਲੇ। ਜਿਹਨੇ ਗੁਰੂ ਦਾ ਬਚਨ ਕਮਾਇਆ ਕਿ ਜੋ ਡੁੱਬਦਾ ਨਹੀਂ ਪਾਣੀ ਵਿੱਚ, ਅੱਗ ਸਾੜ ਨਹੀਂ ਸਕਦੀ, ਸ਼ਸਤਰ ਕੱਟ ਨਹੀਂ ਸਕਦਾ ਉਸ ਹਿਰਦੇ ਨੂੰ। ਜਿਸ ਹਿਰਦੇ 'ਚ ਗੁਰੂ ਦਾ ਬਚਨ ਹੈ ਉਹ ਬੰਦ ਕੱਟੇ ਗਏ, ਪਰ ਮਨ ਨਹੀਂ ਕੱਟੇ ਗਏ, ਮਨ ਨਹੀਂ ਡੋਲੇ। ਆਰਿਆਂ ਦੇ ਨਾਲ ਚੀਰੇ ਗਏ, ਪਰ ਮਨ 'ਚ ਵਿਚਾਰ ਧਾਰਾ ਨਹੀਂ ਚੀਰੀ ਗਈ, ਨਹੀਂ ਖਿਆਲ ਬਦਲੇ ਗਏ। ਸਤਿਗੁਰ ਕਹਿੰਦੇ ਐਸੀ ਪਰਪੱਕਤਾ ਜੀਵਨ ਵਿੱਚ ਹੋਵੇ, ਗੁਰੂ ਦੇ ਬਚਨਾਂ ਤੋਂ ਬਾਹਰ ਨਹੀਂ ਜਾਣਾ। ਜੋ ਸਤਿਗੁਰ ਨੇ ਕਿਹਾ ਉਹ ਅੰਤਮ ਸੱਚ ਮੰਨਣਾ ਏ। ਚੌਪਈ ਗੁਰੂ ਸਿੰਧਾਂਤ ਬਿਨਾ ਜੋ ਆਨਾ, ਤਿਨ ਕੇ ਬਚਨ ਸੁਣੇ ਨਹਿ ਕਾਨਾ। ਬੜੀ ਸੋਹਣੀ ਗੱਲ ਮਹਾਰਾਜ ਨੇ ਲਿਖ ਦਿੱਤੀ, ਕਹਿ ਦਿੱਤਾ ਰਾਜਾ ਸ਼ਿਵਨਾਭ ਗੁਰੂ ਦੇ ਸਿਧਾਂਤ ਤੋਂ ਬਿਨਾ ਜਿਹੜੇ ਹੋਰ ਬਚਨ ਨੇ ਉਹ ਭਾਵੇਂ ਸਿੱਖੀ ਕਿਉਂ ਨਾ ਸੁਣਾਵੇ, ਕੰਨਾਂ ਨਾਲ ਨਹੀਂ ਸੁਣਨੇ। ਕਲਗੀਧਰ ਜੀ ਦਾ ਬਚਨ ਹੈ, ਗੁਰ ਕੀ ਨਿੰਦਾ ਸੁਣੈ ਨਾ ਕਾਨ, ਭੇਟਾ ਕਰੈ ਸੰਗ ਕਿਰਪਾਨ। ਜੇ ਤੇਰੇ ਕੋਲ ਤੇਰੇ ਸਤਿਗੁਰ ਦੀ ਕੋਈ ਨਿੰਦਿਆ ਕਰਦਾ, ਕਹਿੰਦੇ ਸਿੱਖਾ ਗਾਟਾ ਲਾ ਦੇ। ਤੇ ਅਸੀਂ ਭਾਈ ਸਾਹਿਬ ਉਹ ਜਿਹੜਾ ਨਿਊਜ਼ੀਲੈਂਡ ਵਾਲਾ ਦੁਸ਼ਟ ਹੈ ਉਹ ਲੱਭ ਕੇ ਦੇ ਦਿਓ, ਉਹਦੀ ਵੀਡੀਓ ਕਿੱਥੇ ਆਉਂਦੀ। ਕਿਉਂ? ਕਿਉਂਕਿ ਉਹ ਮਹਾਰਾਜ ਨੂੰ ਗਾਲਾਂ ਕੱਢਦਾ ਹੈ, ਉਹ ਗੁਰੂ ਸਾਹਿਬ ਤੇ ਸਿੱਖ ਧਰਮ ਨੂੰ ਗਾਲਾਂ ਕੱਢਦਾ। ਜਿਸ ਧਰਮ ਦਾ ਖਾਂਦੇ ਨੇ ਇਹ ਕੁੱਤੇ ਉਧਰ ਨੂੰ ਹੀ ਭੌਂਕਦੇ ਆ, ਇਹਦਾ ਕੰਮ ਹੈ ਇਹਨਾਂ ਦਾ। ਤੇ ਫਿਰ ਇਹੋ ਜਿਹੇ ਨਿੰਦਕਾਂ ਨੂੰ ਸੁਣਾਂਗੇ ਤੇ ਸਾਡਾ ਜੀਵਨ ਕਿੱਥੇ ਬਣ ਜਾਊਗਾ? ਸ਼ੰਕਿਆਂ ਦਾ ਘਰ ਨੇ ਨਾ। ਸ਼ੰਕੇ ਤੇ ਹਰ ਬੰਦੇ ਦੀ ਜ਼ਿੰਦਗੀ 'ਚ ਨੇ ਜੀ, ਹਰ ਬੰਦਾ ਹੀ ਪਰੇਸ਼ਾਨ ਹੈ। ਉਹ ਜੇ ਗੁਰੂ ਕੋਲ ਸੁਖੀ ਹੋਣਾ ਆ ਤੇ ਤੂੰ ਤੇ ਗੁਰੂ ਤੇ ਇੱਕ ਸਵੱਟੀ ਲਾ ਕੇ ਬਹਿ ਗਿਆ ਵੀ ਕੱਚਾ ਕ ਪੱਕਾ, ਉਹ ਤੇ ਪੂਰਾ ਸਤਿਗੁਰ ਹੈ। ਜਿਹਦੇ ਭਰੋਸੇ ਤੇ ਸ੍ਰਿਸ਼ਟੀ ਚੱਲਦੀ ਹੈ, ਜਿਹਦੇ ਭਰੋਸੇ ਤੇ ਸਿੱਖਾਂ ਨੇ ਦਰਿਆ ਪਾਰ ਕਰ ਲਏ, ਜਿਸ ਗੁਰੂ ਦੇ ਭਰੋਸੇ ਤੇ ਸਿੱਖਾਂ ਨੇ ਵੱਡੇ ਵੱਡੇ ਯੁੱਧ ਜਿੱਤ ਲਏ, ਇਕੱਲੇ ਇਕੱਲੇ ਨੇ 1.25 ਲੱਖ ਨਾਲ ਲੜ ਕੇ। ਕਹਿੰਦੇ ਅੱਜ ਅਸੀਂ ਨਿੰਦਕਾਂ ਤੋਂ ਬਹਿ ਕੇ ਆਪਣੇ ਗੁਰੂ ਦੀ ਨਿੰਦਿਆ ਸੁਣ ਕੇ ਆਪਣੇ ਆਪ ਨੂੰ ਗਿਆਨਵਾਨ ਦੱਸਦੇ ਹਾਂ ਵੀ ਅਸੀਂ ਤੇ ਬਹੁਤ ਅਕਲਮੰਦ ਆ। ਮਰਦ ਕਹਿੰਦੇ ਜਿੱਥੇ ਗੁਰੂ ਦੇ ਸਿਧਾਂਤ ਤੋਂ ਉਲਟ ਗੱਲ ਹੁੰਦੀ ਹੋਵੇ ਉਹ ਸਿੱਖ ਨਹੀਂ ਜੋ ਬੈਠ ਕੇ ਸੁਣ ਲਵੇ। ਸਪਤਮ ਪੜੈ ਸੁਣੈ ਜਿਹ ਰੀਤੀ, ਵਰਤੈ ਤੀ ਅਨੁਸਾਰ ਸੁਪ੍ਰੀਤੀ। ਕਹਿੰਦੇ ਸੱਤਵਾਂ ਨੇਮ ਕੀ ਆ ਯੋਗੀ ਦਾ ਤੇ ਸਿੱਖ ਦਾ, ਬਿਲਕੁਲ ਸੇਮ ਕਨਸੈਪਟ ਨੇ। ਕਹਿੰਦੇ ਜੋ ਗੁਰੂ ਕੋਲੋਂ ਸੁਣਿਆ ਉਹਨੂੰ ਸੁਣ ਕੇ ਮੰਨਣਾ ਹੈ, ਉਹਦੇ ਇਰਦ ਗਿਰਦ ਚੱਲਣਾ ਏ। ਬਾਣੀ ਲਿਖਦੀ ਹੈ, ਪਹਿਲਾਂ ਸੁਣੇ ਦੀ ਜ਼ਿਕਰ ਕੀਤਾ ਮਹਾਰਾਜ ਨੇ ਜਪਜੀ ਸਾਹਿਬ ਦੇ ਵਿੱਚ, ਫਿਰ ਮੰਨਣ ਦਾ ਜ਼ਿਕਰ ਕੀਤਾ। ਇਹ ਵੀ ਕਹਿ ਦਿੱਤਾ ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ।
ਕਹਿੰਦੇ ਬਿਨਾਂ ਗੁਣਾ ਤੋਂ ਭਗਤੀ ਨਹੀਂ ਹੁੰਦੀ, ਅੰਦਰ ਦੀ ਮੈਲ ਤੈਨੂੰ ਲਾਉਣੀ ਪੈਣੀ ਹੈ। ਗੁਰੂ ਦੀ ਗੱਲ ਸੁਣ ਕੇ ਸਿੱਖਾ ਤੈਨੂੰ ਮੰਨਣੀ ਪੈਣੀ ਹੈ। ਮਤ ਭੁਲੇਖਾ ਰੱਖੇ ਵੀ ਸਿੱਖੀ ਕਿਸੇ ਚੋਲੇ ਦਾ ਨਾਮ ਹੈ, ਸਿੱਖੀ ਕਿਸੇ ਕੱਪੜੇ ਦਾ ਨਾਮ ਹੈ, ਸਿੱਖੀ ਕਿਸੇ ਲਿਬਾਸ ਦਾ ਨਾਮ ਹੈ। ਉਹ ਸਿੱਖੀ ਤੇ ਇੱਕ ਵਿਚਾਰਧਾਰਾ ਦਾ ਨਾਮ ਹੈ। ਜਿਨ੍ਹਾਂ ਨੇ ਧਾਰਨ ਕਰ ਲਈ ਉਹਨਾਂ ਨੇ ਪਰਿਵਾਰਾਂ ਦੇ ਪਰਿਵਾਰ ਕਟਵਾਲੇ ਪਰ ਡੋਲੇ ਨਹੀਂ। ਗੁਰੂ ਸਾਹਿਬ ਦੱਸ ਰਹੇ ਆ, ਕਹਿੰਦੇ ਇਸ ਵਿਚਾਰਧਾਰਾ, ਇਸ ਗੁਰਮਤ ਦੀਆਂ ਰਹੁ ਰੀਤਾਂ ਤੇ ਸਿੱਖ ਨੇ ਪਹਿਰਾ ਦੇਣਾ ਹੈ। ਕੋਸ਼ਿਸ਼ ਤੇ ਕਰੀਏ। ਮੈਂ ਕਹਿੰਦਾ ਅੱਜ ਜਿੰਨੇ ਸਾਡਾ ਡਿਪਾਰਟਮੈਂਟ ਤੁਰਿਆ ਫਿਰਦਾ ਅੰਮ੍ਰਿਤ ਛਕਿਆ, ਉਹਨੂੰ ਪੁੱਛੋ ਵੀ ਰਹਿਤ ਮਰਿਆਦਾ ਪੜ੍ਹੀ ਕਦੇ ਜ਼ਿੰਦਗੀ 'ਚ? ਕਹਿੰਦਾ ਨਾ ਭਾਈ ਸਾਹਿਬ ਜੀ, ਟਾਈਮ ਹੀ ਨਹੀਂ ਮਿਲਿਆ। ਨੌਕਰੀ ਦੇ ਪੈਸੇ ਗਿਣਨ ਦਾ ਟਾਈਮ ਸਾਰਿਆਂ ਕੋਲੇ ਹੈ, ਛੁੱਟੀਆਂ ਕਿੰਨੀਆਂ ਮਿਲੀਆਂ, ਇਹ ਸਭ ਕੋਲ ਸਮਾਂ ਏ। ਮੈਂ ਕੀ ਜ਼ਿੰਦਗੀ 'ਚ ਕਿੱਥੇ ਕੀਤਾ, ਇਹ ਸਭ ਕੋਲ ਸਮਾਂ ਏ। ਪਰ ਰਹਿਤ ਮਰਿਆਦਾ ਪੜ੍ਹਨ ਦਾ, ਸੁਣਨ ਦਾ ਸਮਾਂ ਨਾ ਕਿਸੇ ਕੋਲ ਸੀ ਨਾ ਹੈ। ਇਹ ਤੋਂ ਵੱਡੀ ਬਦਕਿਸਮਤੀ ਸਾਡੀ ਸਿੱਖਾਂ ਦੀ ਹੋਰ ਕੀ ਹੋ ਸਕਦੀ ਹੈ। ਸਾਨੂੰ ਆਪਣੇ ਪੰਜਾਂ ਤਖਤਾਂ ਦੇ ਨਾਵਾਂ ਦਾ ਨਹੀਂ ਪਤਾ, ਪੰਜ ਪਿਆਰਿਆਂ ਦੇ ਸਾਡੇ ਬੱਚਿਆਂ ਨੂੰ ਨਾਂ ਦਾ ਨਹੀਂ ਪਤਾ, ਚਾਰ ਸਾਹਿਬਜ਼ਾਦਿਆਂ ਦੇ ਨਾਂ ਰੱਟੇ ਲਵਾ ਲਵਾ ਸਿਖਾਈਦੇ ਹੈ। ਇਹ ਰੱਟੇ ਲਵਾਉਣ ਦੀ ਚੀਜ਼ ਹੈ? ਨਹੀਂ, ਇਹ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸੀ, ਕਿਉਂਕਿ ਸਿੱਖਾਂ ਦੇ ਘਰ ਜੰਮੇ ਸੀ। ਅੱਜ ਪੰਜਾਬ ਦੀ ਧਰਤੀ ਤੇ ਜੰਮਿਆਂ ਨੂੰ ਗਿਆਨ ਨਹੀਂ ਹੈ। ਕੈਨੇਡਾ, ਅਮਰੀਕਾ, ਆਸਟ੍ਰੇਲੀਆ ਦੀ ਧਰਤੀ ਤੇ ਸਿੱਖਾਂ ਦੇ ਪਰਿਵਾਰਾਂ 'ਚ ਜੰਮਣ ਵਾਲੇ ਸਭ ਕੁਝ ਪੜ੍ਹੀ ਫਿਰਦੇ ਆ ਜੀ, ਸੋਹਣੀ ਪੰਜਾਬੀ ਬੋਲਦੇ ਆ। ਤੇ ਸਾਡੇ ਵਾਲੇ ਨੂੰ ਪੰਜਾਬੀ ਬੋਲਦਿਆਂ ਸ਼ਰਮ ਆਉਂਦੀ। ਅਸੀਂ ਘਰੇ ਹਿੰਦੀ ਅਖਬਾਰ ਲਾਏ ਆ, ਫਿਰ ਕਹਿੰਦੇ ਜੀ ਅਸੀਂ ਤੇ ਬਾਣੀ ਨੂੰ ਮੱਥਾ ਟੇਕਦੇ ਆ, ਬਾਣੀ ਤੇ ਗੁਰਮੁਖੀ ਭਾਸ਼ਾ ਹੈ। ਤੂੰ ਹਿੰਦੀ ਅਖਬਾਰ ਪੜ੍ਹਦਾ ਤੇ ਪੜ੍ਹਾਉਣਾ ਏ, ਤੇ ਫਿਰ ਕਿੱਥੋਂ ਆਸਾ ਰੱਖਦਾ ਵੀ ਬੱਚਾ ਪੰਜਾਬੀ ਬੋਲੂਗਾ? ਪੰਜਾਬੀ ਪੜ੍ਹਾਉਂਦਾ ਉਹਨੂੰ। ਮੰਨਿਆ ਸਕੂਲਾਂ ਦਾ ਕਸੂਰ ਹੈ, ਕੌਨਵੈਂਟ ਪੜ੍ਹਾਉਂਦੇ ਅੰਗਰੇਜ਼ੀ ਹਿੰਦੀ, ਘਰੇ ਤੇ ਪੰਜਾਬੀ ਲਾ ਲੈਂਦਾ। ਉਹਨੂੰ ਪਤਾ ਤੇ ਲੱਗਦਾ ਵੀ ਊੜਾ ਐੜਾ ਕੀ ਹੁੰਦਾ, ਆਪ ਨਹੀਂ ਆਉਂਦਾ, ਕਿੱਥੋਂ ਪੜ੍ਹਾਵਾਂਗੇ? ਸਤਿਗੁਰ ਕਹਿੰਦੇ ਗੁਰੂ ਦੀ ਮੱਤ, ਗੁਰੂ ਦੀ ਮਰਿਆਦਾ ਦੇ ਵਿੱਚ ਰਹਿ ਕੇ ਸਿੱਖ ਨੇ ਜੀਵਨ ਕਮਾਉਣਾ ਹੈ। ਕਹਿੰਦੇ ਜਿਹੜਾ ਗੁਰੂ ਦੇ ਬੰਧਨ ਵਿੱਚ ਰਹਿੰਦਾ ਹੈ, ਗੁਰੂ ਨੂੰ ਪਿਆਰਾ ਲੱਗਦਾ ਹੈ, ਗੁਰੂ ਨੂੰ ਪਿਆਰਾ ਲੱਗਦਾ ਹੈ, ਕਿਉਂਕਿ ਗੁਰੂ ਉਸ ਮਰਿਆਦਾ ਨੂੰ ਪਿਆਰ ਕਰਦਾ ਹੈ। ਸਤਿਗੁਰ ਉਸ ਵਿਚਾਰਧਾਰਾ ਨੂੰ ਪਿਆਰ ਕਰਦੇ ਜੋ ਅਕਾਲ ਪੁਰਖ ਦੀ ਬਖਸ਼ੀ ਹੋਈ ਹੈ, ਜਿਹਨੂੰ ਰਹਿਤ ਬਹਿਤ ਆਖਦੇ ਨੇ। ਬਿਨਾ ਦੰਭ ਗੁਰ ਸ਼ਬਦ ਕਮਾਵਨ, ਕਰਹਿ ਸਦਾਹਿਬ ਤਨ ਮਨ ਪਾਵਨ। ਫਿਰ ਅਗਲਾ ਗੁਣ ਦੱਸ ਦਿੱਤਾ ਮਹਾਰਾਜ ਨੇ, ਕਹਿੰਦੇ ਬਿਨਾ ਦੰਭ ਗੁਰ ਸ਼ਬਦ ਕਮਾਵਨ, ਬਿਨਾ ਪਖੰਡ ਤੋਂ ਗੁਰੂ ਦਾ ਸ਼ਬਦ ਪੜ੍ਹਿਆ ਕਰ। ਮਾਫ ਕਰਿਓ, ਗੁਰਬਾਣੀ ਨੇ ਵਹਿਮਾਂ ਭਰਮਾਂ ਚੋਂ ਕੱਢਿਆ ਸੀ। ਅਸੀਂ ਤੇ ਗੁਰਬਾਣੀ ਸੁਣਾ ਸੁਣਾ ਕੇ ਵਹਿਮ ਭਰਮ ਕਰਾਈ ਫਿਰਦੇ ਆ। ਮੈਂ ਵੇਖ ਕੇ ਹੈਰਾਨ ਆ, ਲੋਕਾਂ ਦੇ ਘਰਾਂ 'ਚ ਵੱਡੇ ਵੱਡੇ ਸ਼ਬਦ ਲੱਗੇ ਆ, ਲਾਉਣੇ ਚਾਹੀਦੇ, ਕੋਈ ਸ਼ੱਕ ਨਹੀਂ। ਪਰ ਬਾਬਾ ਜੀ ਅਸੀਂ 108 ਵਾਰ ਪੜ੍ਹੇ ਆ ਜੀ, ਐਂ ਹੋ ਜਾਂਦਾ ਹੈ, ਇਹਦੇ ਨਾਲ ਨੌਕਰੀ ਮਿਲ ਜਾਂਦੀ ਹੈ, ਇਹਦੇ ਨਾਲ ਵਿਆਹ ਹੋ ਜਾਂਦਾ ਹੈ ਜੀ, ਇਹਦੇ ਨਾਲ ਵੀਜ਼ਾ ਲੱਗ ਜਾਂਦਾ ਹੈ। ਅੱਛਾ, ਬਾਕੀ ਗੁਰਬਾਣੀ ਕਾਹਦੇ ਵਾਸਤੇ? ਕਹਿੰਦੇ ਉਹਦਾ ਨਹੀਂ ਸਾਨੂੰ ਪਤਾ, ਉੱਤੇ ਮੱਥਾ ਟੇਕਣ ਵਾਸਤੇ ਹੈ। ਲੋਕਾਂ ਨੇ ਤਬੀਤਾਂ 'ਚ ਪਾ ਪਾਠ ਬੰਨਣਾ ਸ਼ੁਰੂ ਕਰਤਾ, ਗਲਾਂ 'ਚ ਪਾਈ ਫਿਰਦੇ, ਲੱਕਾਂ ਨਾਲ ਬੰਨੀ ਫਿਰਦੇ ਆ। ਇਹ ਤੇ ਵਿਚਾਰਨ ਦਾ ਵਿਸ਼ਾ ਸੀ। ਸਤਿਗੁਰ ਕਹਿੰਦੇ ਬਾਣੀ ਪੜ੍ਹਨੀ ਸੀ, ਪੜ੍ਹ ਕੇ ਜੀਵਨ 'ਚ ਕਮਾਉਣੀ ਸੀ। ਡਾਕਟਰ ਤੁਹਾਨੂੰ ਦਵਾਈ ਲੈ ਕੇ ਦੇਵੇ ਵੀ ਆ BP ਦੀ ਆ, ਸ਼ੂਗਰ ਦੀ ਹੈ, ਪਖੰਡ ਕੀ ਹੈ ਸਮਝਿਓ। ਦਵਾਈ ਖਾਣਾ ਪਖੰਡ ਹੈ? ਨਹੀਂ। ਡਾਕਟਰ ਕੋਲ ਜਾਣਾ ਪਖੰਡ ਹੈ ਜੀ? ਨਹੀਂ, ਬਿਲਕੁਲ ਨਹੀਂ ਹੈ। ਪਖੰਡ ਕੀ ਹੈ? ਡਾਕਟਰ ਦੀ ਦਵਾਈ ਲਿਖਾ ਕੇ ਪਰਚੀ ਤਬੀਤ 'ਚ ਪਾ ਕੇ ਪਾਈ ਫਿਰਦਾ, ਕਹਿੰਦਾ ਲੈ ਸ਼ੂਗਰ ਵੀ ਗੋਲੀ ਨਾਲ ਹੀ ਹੈ, BP ਵਾਲੀ ਵੀ ਨਾਲ ਹੈ, ਆਪਾਂ ਪਾਈ, ਆਪਣਾ ਕੁਛ ਨਹੀਂ ਹੁੰਦਾ। ਉਹਨੇ ਮਾਂਜ ਦੇਣਾ ਤੁਹਾਨੂੰ, ਪਰਹੇਜ਼ ਹੀ ਨਹੀਂ ਰੱਖਿਆ। ਇਸੇ ਤਰ੍ਹਾਂ ਗੁਰੂ ਦੀ ਮਰਿਆਦਾ, ਗੁਰੂ ਦੀ ਬਾਣੀ ਨੂੰ ਪੜ੍ਹ ਕੇ ਜੀਵਨ ਜਿਉਣਾ ਸੀ। ਸਤਿਗੁਰ ਕਹਿੰਦੇ ਸੁਰਾਪਾਨ ਨਹੀਂ ਕਰਨਾ, ਇਹ ਤੋਂ ਬਚ ਨਹੀਂ ਕਰਨਾ, ਤੰਬਾਕੂ ਕੋਲ ਨਹੀਂ ਜਾਣਾ, ਕਿਉਂਕਿ ਜਗਤ ਝੂਠ ਹੈ। ਬਚ ਗਿਆ ਸਿੱਖ, ਚੰਗਾ ਹੋ ਗਿਆ। ਮਾੜੇ ਕਰਮ ਨਹੀਂ ਕਰਨੇ, ਬਚਿਆ। ਸੱਚ ਬੋਲਣਾ, ਝੂਠ ਨਹੀਂ ਬੋਲਣਾ, ਫਰੇਬ ਨਹੀਂ ਕਰਨਾ, ਠੱਗੀ ਨਹੀਂ ਕਰਨੀ, ਬਾਣੀ ਸਮਝਾ ਰਹੀ ਹੈ। ਹੁਣ ਇਹ ਗੁਣ ਜਿਹਦੇ ਜੀਵਨ ਵਿੱਚ ਆ ਗਏ ਉਹ ਸੋਹਣਾ ਹੈ, ਜਾਂ ਜਿਹੜਾ ਸਿਰਫ ਮੱਥਾ ਹੀ ਟੇਕਦਾ ਹੈ, ਪੂਜਾ ਹੀ ਕਰਦਾ ਹੈ, ਕਮਾਇਆ ਕੁਛ ਨਹੀਂ, ਬਾਹਰ ਨਿਕਲ ਕੇ ਠੱਗੀ ਵੀ ਮਾਰ ਲੈਂਦਾ, ਲੁੱਟ ਵੀ ਲੈਂਦਾ, ਕੁੱਟ ਵੀ ਲੈਂਦਾ, ਲੋਕਾਂ ਨੂੰ ਗਾਲਾਂ ਵੀ ਕੱਢ ਲੈਂਦਾ, ਜਾਂ ਉਹ ਸੋਹਣਾ ਹੈ? ਸੋਹਣਾ ਉਹੀ ਲੱਗੂਗਾ ਜਿਹਨੇ ਗੁਰੂ ਦੇ ਬਚਨਾਂ ਤੇ ਪਹਿਰਾ ਦਿੱਤਾ। ਪੁਰਾਤਨ ਸਿੱਖ ਪਹਿਰਾ ਦਿੰਦੇ ਸੀ, ਅੱਜ ਵੀ ਦੇ ਰਹੇ ਆ। ਬੜੇ ਸਿੱਖ ਤੁਹਾਨੂੰ ਮਿਲਣਗੇ, ਜਾਓ ਪਿੰਡਾਂ 'ਚ ਪਤਾ ਕਰੋ, ਮਾਲਵੇ 'ਚ, ਦੁਆਬੇ 'ਚ, ਮਾਝੇ 'ਚ, ਘਰਾਂ 'ਚ ਬੈਠੇ ਆ ਸਿੱਖ ਬੰਦਗੀ ਵਾਲੇ, ਰੂਹਾਂ ਨਾਮ ਜਪਦੇ ਨੇ। ਤੇ ਸਾਡੇ ਵਰਗੇ ਦੇ ਬਸ ਦਿਖਾਵੇ ਵਾਲੇ ਹੀ ਆ ਜੀ। ਸਾਡਾ ਤਾਂ ਸਟੇਟਸ ਵਿੱਚ ਹੀ ਬਾਬਾ ਨਾਨਕ ਹੁੰਦਾ, ਤੇ ਸਟੇਟਸ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਹੁੰਦਾ ਹੈ। ਉੱਥੇ ਹੀ ਸਿੱਖੀ ਸ਼ੁਰੂ, ਉੱਥੇ ਹੀ ਖਤਮ।
ਕੀ ਆ ਸਾਡੇ ਕੋਲ? ਕੁਛ ਵੀ ਨਹੀਂ ਹੈ। ਗੁਰੂ ਸਾਹਿਬ ਆਖਣ ਲੱਗੇ, ਕਹਿੰਦੇ ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਾ, ਜੋ ਜੋ ਸਾਹਿਬ ਨੇ ਆਖਿਆ ਉਹ ਪਖੰਡ ਤੋਂ ਰਹਿਤ ਕਰਨਾ। ਕਹਿੰਦੇ ਗੁਰਬਾਣੀ ਦੀ ਓਨੀ ਪੂਜਾ ਹੋਵੇ ਜਿੰਨੇ ਤੂੰ ਵਿਚਾਰਧਾਰਾ 'ਚ ਪੜ੍ਹਦਾ ਹੈ। ਸਤਕਾਰ ਇੰਨਾ ਕਰ ਧੁਰ ਕੀ ਬਾਣੀ ਦਾ, ਆਪਣੇ ਸਰੀਰ ਤੋਂ ਆਪਣੇ ਕੱਪੜਿਆਂ ਤੋਂ ਵੱਧ ਸਾਡੇ ਤੇ ਟੇਬਲਾਂ ਤੇ ਗੁਟਕਾ ਸਾਹਿਬ ਪਏ ਆ, ਸਾਡੇ ਤੇ ਗੁਟਕਾ ਸਾਹਿਬ ਸਰਾਣਿਆਂ ਤੇ ਪਏ ਆ। ਗੱਲਾਂ ਅਸੀਂ ਵੱਡੀਆਂ ਵੱਡੀਆਂ ਮਾਰਦੇ ਹਾਂ। ਗੁਰਦੁਆਰਾ ਸਾਹਿਬ ਬਾਬਾ ਜੀ ਆ ਰਮਾਲਾ ਸਾਹਿਬ ਚੜਾਇਓ ਜੀ। ਅੱਛਾ, ਘਰੇ ਗੁਟਕਾ ਸਾਹਿਬ ਤੇ ਕਦੇ ਕੱਪੜਾ ਬਦਲਿਆ? ਕਦੇ ਉਹ ਸਵੱਛ ਵਸਤਰ ਚੜਾਏ ਆ? ਕਦੇ ਧੂਫ ਬੱਤੀ ਕੀਤੀ ਹੈ? ਨਾ ਨਾ, ਉੱਥੇ ਕੀ ਲੋੜ ਹੈ? ਨਾਲੇ ਕਹਿੰਦਾ ਬਾਣੀ ਗੁਰੂ ਹੈ। ਗੁਰਬਾਣੀ ਦਾ ਇੰਨਾ ਅਦਬ ਸਤਿਕਾਰ ਹੋਵੇ, ਜਿੰਨਾ ਸਤਿਕਾਰ ਕਰਦਾ ਹੈ ਓਨੇ ਪਿਆਰ ਨਾਲ ਉਹਨੂੰ ਪੜ੍ਹ। ਪੜ੍ਹਨਾ ਕੀ ਹੈ? ਉਹਦੀ ਸ਼ੁੱਧਤਾ ਨਾਲ ਉਹਨੂੰ ਗਾਉਣਾ ਹੈ, ਉਹਨੂੰ ਵਿਚਾਰਨਾ, ਉਹਦੇ ਅਰਥ ਪੜ੍ਹਨੇ ਨੇ। ਤੇ ਕੋਸ਼ਿਸ਼ ਕਰ, ਅਰਦਾਸ ਕਰ, ਮਹਾਰਾਜ ਇਹ ਮੇਰੇ ਜੀਵਨ ਵਿੱਚ ਇੱਕ ਕਣਕਾ ਵੀ ਆ ਜੇ। ਗੁਰੂ ਸਾਹਿਬ ਕਹਿੰਦੇ ਵੇਖੀ ਤੇਰੇ ਸਿੱਖੀ ਦਾ ਜੀਵਨ ਕਿੱਡਾ ਵਿਸ਼ਾਲ ਹੋਏਗਾ। ਪਰਮਾਤਮਾ ਤੇਰੇ ਘਰ ਦੇ ਗੇੜੇ ਲਾਊ ਜਿੱਦਣ ਤੂੰ ਬਾਣੀ ਨਾਲ ਜੁੜ ਜਾਏਗਾ। ਭਗਤ ਕਬੀਰ ਰੱਬ ਰੱਬ ਕਰਦੇ ਸੀ ਨਾ। ਇੱਕ ਦਿਨ ਐਸਾ ਸਮਾਂ ਹੋਇਆ, ਕਾਂਸ਼ੀ 'ਚ ਭਗਤ ਕਬੀਰ ਨੂੰ ਰੱਬ ਲੱਭਦਾ ਫਿਰਦਾ ਗਲੀ ਗਲੀ। ਮੈਂ ਨਹੀਂ ਕਹਿੰਦਾ, ਬਾਣੀ ਲਿਖਦੀ ਹੈ, ਪਾਛੇ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਭਗਤ ਕਬੀਰ ਜੀ ਨੂੰ ਆਵਾਜ਼ਾਂ ਮਾਰਦਾ, ਉਹ ਆਪ ਸ੍ਰਿਸ਼ਟੀ ਦਾ ਮਾਲਕ ਫਿਰਦਾ, ਜਿਹਨੂੰ ਕਦੇ ਕਬੀਰ ਜੀ ਲੱਭਦੇ ਸੀ। ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਸਿੱਖਾ ਇਹ ਵੀ ਨੇਮ ਹੈ, ਆਪਣੇ ਸਤਿਗੁਰ ਦੀ ਬਾਣੀ ਨੂੰ ਪਖੰਡ ਤੋਂ ਬਿਨਾਂ ਪੜ੍ਹਨਾ ਹੈ। ਭਾਵ ਗੁਰਬਾਣੀ ਸਾਡਾ ਰੱਬ ਹੈ, ਗੁਰਬਾਣੀ ਸਾਡਾ ਗੁਰੂ ਹੈ। ਬਾਣੀ ਗੁਰੂ ਗੁਰੂ ਹੈ ਬਾਣੀ। ਗੁਰਬਾਣੀ ਦੀ ਜਿੰਨੀ ਪੂਜਾ ਕਰੇ, ਜਿੰਨਾ ਸਤਿਕਾਰ ਕਰੇ, ਉਹਨਾਂ ਥੋੜਾ। ਕੱਲੀ ਪੂਜਾ ਤੱਕ ਵੀ ਨਾ ਰਹਿ ਜਿਓ, ਬਾਣੀ ਨੂੰ ਕੰਠ ਵੀ ਕਰਿਆ ਕਰ, ਗਾਇਆ ਵੀ ਕਰ, ਵਿਚਾਰਿਆ ਵੀ ਕਰ, ਇਹਨੂੰ ਸੁਣਿਆ ਵੀ ਕਰ। ਅਸ਼ਟਮ ਬ੍ਰਿਤ ਸ਼ਾਂਤ ਕੀ ਰਾਖੈ, ਨਿਵ ਚਲਣਾ ਮਦਰੀ ਭੁੱਖ ਮੁਖ ਭਖੈ। 8ਵਾਂ ਗੁਣ ਕਿਹੜਾ ਜੀ ਨੇਮ ਦਾ? ਸਤਿਗੁਰ ਕਹਿੰਦੇ ਸ਼ਾਂਤੀ ਰੱਖਣੀ, ਮਿੱਠਾ ਬੋਲਣਾ। ਮਿੱਠਾ ਉਹੀ ਬੋਲੂ ਜਿਹਦਾ ਮਨ ਸ਼ਾਂਤ ਹੈ। ਜਿਹੜਾ ਅੰਦਰੋਂ ਹਰ ਵੇਲੇ ਸੜਿਆ ਹੀ ਪਿਆ, ਕੋਲੇ ਵਾਂਗੂ ਭਖਿਆ ਪਿਆ, ਉਹ ਵਿਚਾਰਾ ਬੇਬਸ ਹੋ ਕੇ ਜੇ ਕਿਸੇ ਨੂੰ ਹਾਂਜੀ ਵੀ ਕਹਿੰਦਾ, ਲੋਕ ਤਾਂ ਵੀ ਹੱਸਦੇ, ਕਹਿੰਦੇ ਲੈ ਯਾਰ ਤੇਰੇ ਮੂੰਹ ਤੋਂ ਸੱਜਦਾ ਹੈ। ਉਹੀ ਬੋਲਿਆ ਕਰ ਜਿਵੇਂ ਵੱਢ ਖਾਣ ਨੂੰ ਪੈਂਦਾ। ਜਿਹਦੇ ਅੰਦਰ ਸ਼ਾਂਤੀ ਹੋਏਗੀ ਉਹ ਛੇੜਿਆਂ ਤੋਂ ਵੀ ਖਿੱਚਦਾ ਨਹੀਂ। ਅਸੀਂ ਤੇ ਗਲ ਪੈਣ ਨੂੰ ਫਿਰਦੇ ਹਾਂ ਵੀ ਆਓ ਲੜੋ ਤੇ ਸਹੀ ਕੋਈ ਸਾਡੇ ਨਾਲ, ਕੋਈ ਪੰਗਾ ਲਵੇ ਤੇ ਸਹੀ। ਮੈਂ ਸਵੇਰੇ ਉੱਠ ਕੇ ਵਿਹਲਾ ਬੈਠਾ ਹੈ, ਅੱਜ ਕੋਈ ਮੈਨੂੰ ਮਿਸ ਕਾਲ ਮਾਰੇ, ਮੈਨੂੰ ਕੋਈ ਫੋਨ ਕਰਕੇ ਇਹੋ ਜਿਹੀ ਗੱਲ ਕਹੇ, ਮੈਂ ਕੱਢ ਦਿਆਂ ਜਲੂਸ ਉਹਦਾ, ਕਲਪੇ ਫਿਰਦੇ ਆ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਅੰਦਰ ਸ਼ਾਂਤ ਰੱਖੀ ਸਿੱਖਾ, ਮਨ ਸ਼ਾਂਤ। ਜੋ ਮਰਜ਼ੀ ਦੁਨੀਆ ਵਿੱਚ ਹੋਵੇ, ਤੂੰ ਨਹੀਂ ਉਬਾਲੇ ਖਾਣੇ। ਸਾਨੂੰ ਗੁੱਸਾ ਆ ਜਾਂਦਾ, ਲੈ ਮੋਦੀ ਨੇ ਆਹ ਕਰਤਾ, ਫਲਾਣੇ ਨੇ ਆਹ ਕਰਤਾ। ਕਿਤੇ ਬੰਦਗੀ ਵਾਲਿਆਂ ਕੋਲ ਜਾ ਕੇ ਵੇਖਿਓ ਵੀ ਉਹਨੇ ਆਹ ਕਰਤਾ। ਉਹ ਕਹਿੰਦੇ ਨਹੀਂ ਭਾਈ, ਸਭ ਚੱਲੀ ਜਾਣਾ, ਦੁਨੀਆ ਦਾ ਤਾਣਾ ਬਣ, ਵੇਖੀ ਚੱਲ ਰੰਗ ਕਰਤਾ ਦੇ। ਕਿਉਂਕਿ ਉਹ ਜਾਣਦੇ ਹੁੰਦੇ ਹੋਣਾ ਕੀ ਹੈ। ਤੇ ਜਿਹੜਾ ਜਾਣਦਾ ਹੀ ਨਹੀਂ ਉਹ ਭੜਕਦਾ, ਆਹ ਕਰ ਦਿਆਂਗੇ। ਹੁਣ ਮੰਨ ਲਓ ਮੈਂ ਇੱਥੇ ਕਿਸੇ ਛੋਟੇ ਮੋਟੇ ਚੌਂਕ ਤੇ 7 ਫੇਸ ਧਰਨਾ ਲਾ ਲਿਆ, ਮੇਰੇ ਧਰਨੇ ਨਾਲ ਮੋਦੀ ਨੂੰ ਕੀ ਫਰਕ ਪੈਣਾ? ਪਊ ਫਰਕ। ਮੇਰੇ ਧਰਨੇ ਨਾਲ ਇਹ ਲੋਕ ਗਾਲਾਂ ਕੱਢਣਗੇ, ਰਸਤਾ ਰੋਕੀ ਬੈਠੇ ਆ, ਸਾਡਾ ਬੱਚਾ ਬਿਮਾਰ, ਹਸਪੀਟਲ ਇਹਨਾਂ ਗਾਹ ਪਾਇਆ ਹੋਇਆ। ਲਾਉਣਾ ਸੀ ਵੱਡੀ ਥਾਂ ਬੈਠੋ ਜਿਵੇਂ ਲੱਗੇ ਹੋਏ ਆ। ਕਿੱਡੇ ਸਾਈਡ ਇਫੈਕਟ ਆ ਰਹੇ ਆ। ਅੱਜ ਭਟਕੇ ਫਿਰਦੇ ਆ ਨਾ ਅਸੀਂ ਆਸੇ ਪਾਸੇ। ਇਹਨਾਂ ਨੂੰ ਜਾਣਦਾ, ਮੋਦੀ ਨੂੰ ਤੇ ਇਹ ਵੀ ਨਹੀਂ ਪਤਾ ਹੋਣਾ ਵੀ ਮੋਹਾਲੀ ਚੰਡੀਗੜ੍ਹ 'ਚ ਪੈਂਦਾ ਜਾਂ ਪੰਜਾਬ 'ਚ ਪੈਂਦਾ ਹੋਈ। ਉਹਨਾਂ ਕੋਲ ਕਿੱਥੇ ਸਮਾਂ ਇੰਨਾ। ਪਰ ਅਸੀਂ ਸਿਰਫ ਇੱਥੋਂ ਤੱਕ ਹੈ, ਅਖਬਾਰ 'ਚ ਫੋਟੋ ਆ ਜੇ, ਪਤਾ ਲੱਗੇ ਮੈਂ ਫਲਾਣਾ ਸਿੰਘ ਆ, ਮੇਰੇ ਨਾਲ ਫਲਾਣਾ ਫਲਾਣਾ ਬੰਦਾ, ਇੱਥੇ ਤੱਕ ਹੀ ਸੀਮਤ ਹੈ। ਤੋਂ ਅੱਗੇ ਕੌਣ ਹੈ? ਦਿਲੋਂ ਹੈ ਕੋਈ? ਦਿਲੋਂ ਖੜੇ ਹੁੰਦੇ ਤੇ ਹੁਣ ਨੂੰ ਮਸਲੇ ਹੱਲ ਹੋਏ ਹੁੰਦੇ। ਹਰ ਬੰਦਾ ਝੰਡਾ ਲਾ ਕੇ ਵਿਖਾਉਣਾ ਚਾਹੁੰਦਾ ਹੈ, ਅਸੀਂ ਗਏ, ਸਾਡੇ ਗਏ, ਫਲਾਣੇ ਗਏ, ਆਹ ਦਿੱਤਾ, ਆਹ ਲਿਆ, ਇੱਥੇ ਤੱਕ ਸੀਮਤ ਰਹਿ ਗਏ। ਅੱਜ ਉੱਠ ਰਹੀਆਂ ਨੇ ਨਾ ਇਹ ਗੱਲਾਂ ਵੀ ਅੱਜ ਸਾਡਾ ਜਿਹੜਾ ਉਹ ਅੰਦੋਲਨ ਆ ਨਾ, ਕਿਤੇ ਨਾ ਕਿਤੇ ਪਤਨ ਵਾਲੇ ਪਾਸੇ ਤੁਰਿਆ ਜਾਂਦਾ। ਅੱਜ ਬੁੱਧੀਵਾਨ ਲੋਕ ਚਿੰਤਤ ਕਿਉਂ ਨੇ? ਕਿਉਂਕਿ ਕਾਰਨ ਇਹੀ ਨੇ। ਸਿਰਫ ਇੱਕ ਮੁੱਦਾ ਬਣ ਗਿਆ। ਜਿਨ੍ਹਾਂ ਨੇ ਕਾਨੂੰਨ ਪਾਸ ਕੀਤੇ ਹੋਏ ਆ ਉਹ ਵੀ ਕਿਸਾਨਾਂ ਨਾਲ, ਜਿਹੜੇ ਕਦੇ ਨਾਲ ਬਹਿੰਦੇ ਸੀ ਉਹ ਵੀ ਨਾਲ, ਜਿਹੜੇ ਕਦੇ ਵਿਰੋਧ ਕਰਦੇ ਸੀ ਉਹ ਵੀ ਕਿਸਾਨਾਂ ਨਾਲ। ਸਾਰੇ ਕਿਸਾਨ ਹੋ ਗਏ। ਸਭ ਨੇ ਨਾਮ ਚੱਕ ਕੇ ਕਿਸਾਨ ਲਿਖ ਲਿਆ ਆਪਣੇ। ਬਚੀਏ ਇਹਨਾਂ ਚੀਜ਼ਾਂ ਤੋਂ। ਰੱਬ ਦੇ ਪਿਆਰੇ ਬੰਦਗੀ ਵਾਲੇ ਸਭ ਦਾ ਭਲਾ ਮੰਗਦੇ, ਉਹ ਨੇਤਰ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ। ਆ ਜ਼ਿਮੀਂਦਾਰ ਵਿਚਾਰੇ ਜਿਹੜੇ ਬੈਠੇ ਆ ਨਾ, ਸਾਡੇ ਭਰਾ ਨੇ, ਕਿਰਪਾ ਕਰਿਓ ਆਪ ਬੜਿਓ। ਸੱਚਖੰਡ ਹਰਮੰਦਰ ਸਾਹਿਬ ਵੀ ਪਹਿਲੀ ਵਾਰ ਅਰਦਾਸ ਹੋਈ ਸੀ ਇਸ ਹੱਕ ਵਿੱਚ, ਹੁਣ ਨਹੀਂ ਹੁੰਦੀ। ਪਤਾ ਹੈ ਉਹਨਾਂ ਨੂੰ।
ਕਿਤੇ ਨਾ ਕਿਤੇ ਦੁਨੀਆ ਆਪਣੀਆਂ ਰੋਟੀਆਂ ਸੇਕ ਰਹੀ ਹੈ 9 ਮਹੀਨਿਆਂ ਤੋਂ। ਬਿਖਰ ਗਏ ਨੇ, ਪਾਰਟੀਆਂ ਨਿਕਲ ਰਹੀਆਂ ਨੇ, ਦੁਨੀਆ ਹੋਰ ਪਾਸੇ ਤੁਰੀ ਫਿਰਦੀ ਹੈ। ਧਰਮ ਕਹਿੰਦਾ ਹੈ ਸ਼ਾਂਤੀ ਦੇ ਸੁਭਾਅ ਵਿੱਚ ਰਹਿ ਕੇ ਮਿੱਠੇ ਮਿੱਠੇ ਬੋਲ ਬੋਲ। ਅਸੀਂ ਕੌੜੇ ਬੋਲ ਰਹੇ ਹਾਂ, ਕਲਪੇ ਹੋਏ ਆ ਅੰਦਰ, ਸ਼ਾਂਤੀ ਨਹੀਂ ਹੈ। ਮਹਾਰਾਜ ਕਹਿੰਦੇ ਸਿੱਖ ਦੇ ਜੀਵਨ ਦੀ ਨਿਸ਼ਾਨੀ ਹੈ ਮਿੱਠੜੇ ਬੋਲ ਤੇ ਸ਼ਾਂਤ ਸੁਭਾਅ। ਇਹ ਸਿੱਖ ਹੈ। ਤੇ ਜਿਹੜੇ ਡੰਡਾ ਡੇਰਾ ਚੁੱਕੀ ਫਿਰਦੇ ਸਾਡੇ ਵਾਲੇ, ਗਾਲਾਂ ਕੱਢੀ ਫਿਰਦੇ, ਰਿਕਾਰਡਿੰਗਾਂ ਆਉਂਦੀਆਂ ਇੰਟਰਨੈਟ ਤੇ, ਕਈ ਵਾਰ ਸੋਚੀਦਾ ਹੈ ਵੀ ਯਾਰ ਸਿੰਘਾਂ ਦੀ ਹਾਲਤ ਐਸੀ ਹੈ ਸਾਡੇ ਵਰਗਿਆਂ ਦੀ, ਤੇ ਖਾਲਸੇ ਕਿਹੜੇ ਹੋਏ। ਇਹ ਤੇ ਘੜੀ ਵਿੱਚ ਇਹਨਾਂ ਨੂੰ ਕੋਈ ਕਿਲੋ ਸੇਬ ਨਾ ਦਵੇ ਤੇ ਕਿਰਪਾਨ ਕੱਢ ਕੇ ਖੜ ਜਾਂਦੇ ਆ ਵੀ ਆ ਤੇਰਾ ਗਾਟਾ ਲਾਵਾਂ, ਤੂੰ ਖਾਲਸੇ ਨੂੰ ਐਂ ਬੋਲ ਗਿਆ। ਸਿੱਖ ਇੱਦਾਂ ਦਾ ਹੈ ਨਹੀਂ। ਕਦੋਂ ਤੱਕ ਸਹਿੰਦਾ ਸਿੱਖ? ਜਦੋਂ ਤੱਕ ਕੋਈ ਜ਼ੁਲਮ ਨਹੀਂ ਕਰਦਾ। ਜਦ ਕੋਈ ਅਤਿਆਚਾਰ ਕਰਦਾ ਹੈ ਫਿਰ ਉਹ ਆਪਣਾ ਧਰਮ ਨਿਭਾਉਂਦਾ, ਆਪਣੇ ਸ਼ਸਤਰ ਨੂੰ ਹੱਥ ਪਾਉਂਦਾ ਹੈ। ਸਤਿਗੁਰ ਕਹਿੰਦੇ ਮਿੱਠਾ ਬੋਲਣਾ ਹੈ, ਨਿਭ ਕੇ ਸਿੱਖ ਨੇ ਚੱਲਣਾ ਏ। ਨਵ ਮੋ ਨੇਮ ਪਾਠ ਜੋ ਕਰਨਾ, ਤਿਨ ਮੇ ਅਪਰਨ ਬਚਨ ਉਚਰਨਾ। ਸਤਿਗੁਰ ਕਹਿੰਦੇ 9ਵਾਂ ਨੇਮ ਸਿੱਖ ਦੇ ਜੀਵਨ ਦਾ ਹੋਣਾ ਚਾਹੀਦਾ ਪਾਠ ਦਾ ਉਚਾਰਨ। ਕਹਿੰਦੇ ਜਦੋਂ ਪਾਠ ਦਾ ਉਚਾਰਨ ਕਰਦਾ ਉਹਦੇ ਵਿੱਚ ਕੋਈ ਹੋਰ ਬੋਲ ਨਹੀਂ ਬੋਲਣਾ। ਤੇ ਜੇ ਕਿਤੇ ਮਜਬੂਰੀ ਪੈ ਗਈ, ਕਿਸੇ ਨੇ ਬੁਲਾ ਵੀ ਲਿਆ ਨਾ, ਨਾਨਕ ਸ਼ਬਦ ਦੀਆਂ 2 ਪੰਗਤੀਆਂ ਪੜ੍ਹ ਕੇ ਫਤਿਹ ਬੁਲਾ ਕੇ ਉੱਠ ਕੇ ਪੋਥੀ ਸੰਤੋਖ ਕੇ ਫੇਰ ਗੱਲ ਕਰਨੀ। ਅਸੀਂ ਸੁਖਮਨੀ ਸਾਹਿਬ ਚੱਲਦਾ, ਫੋਨ ਆ ਗਿਆ, ਹਾਂ ਭੈਣੇ ਕਰਦੀਆਂ 5 ਮਿੰਟ ਤੱਕ, ਬਸ ਨੇੜੇ ਜੀ ਪਹੁੰਚ ਗਈ। ਭਰਾ ਸਾਡਾ ਫੋਨ ਆ ਗਿਆ, ਉਹ ਬਸ 12 ਰਹਿ ਗਈਆਂ, ਕੱਲ੍ਹ ਨੂੰ ਕਰ ਲਾਂਗੇ ਯਾਰ, ਤੂੰ ਸੁਣਾ ਕੀ ਹਾਲ ਚਾਲ ਹੈ, ਮੁੰਡਾ ਠੀਕ ਹੈ, ਫਲਾਣਾ ਠੀਕ ਹੈ। ਵਿੱਚ ਹੀ ਕਿਤੇ ਘਰ ਵਾਲੀ ਨੇ ਰਸੋਈ 'ਚ ਆਵਾਜ਼ ਮਾਰਤੀ, ਚਾਹ ਪੀਓਗੇ ਕਿ ਰੋਟੀ? ਕਹਿੰਦਾ ਪਹਿਲਾਂ ਰੋਟੀ ਬਣਾ ਲਾ ਫਿਰ ਚਾਹ ਪੀ ਲਾਂਗੇ, ਪਾਠ ਦਾ ਕੀ ਆ ਫੇਰ ਕਰ ਲਾਂਗੇ। ਵਿੱਚੇ ਬੋਲੀ ਜਾਂਦੇ ਆ, ਵਿੱਚ ਹੀ ਖਬਰਾਂ ਚੱਲਦੀਆਂ ਨੇ, ਵਿੱਚ ਹੀ ਫੋਨ ਚੱਲੀ ਜਾਂਦਾ। ਇਹ ਪਾਠ ਹੈ ਸਾਡਾ? ਨਹੀਂ। ਕਹਿੰਦੇ ਐਸਾ ਨੇਮ ਹੋਵੇ ਜਦ ਤੂੰ ਬਾਣੀ ਪੜ੍ਹਦਾ ਸਿੱਖ ਗੁਰੂ ਨਾਲ ਗੱਲਾਂ ਕਰਦਾ ਤੇ ਗੁਰੂ ਸਿੱਖ ਨਾਲ ਕਰਦਾ। ਬਾਣੀ ਪੜ੍ਹਨ ਦਾ ਇਹ ਗੱਲ ਹੈ। ਹੁਣ ਜਦੋਂ ਕੋਈ ਜੱਜ ਤੇ ਵਕੀਲ ਆਪਸ 'ਚ ਗੱਲਾਂ ਕਰਦੇ ਆ, ਤੀਜਾ ਬੋਲਦਾ ਵਿੱਚ। ਕੋਈ ਪ੍ਰਧਾਨ ਮੰਤਰੀ ਮੁੱਖ ਮੰਤਰੀ ਭਾਸ਼ਣ ਕਰਦਾ, ਲੋਕ ਸੁਣਦੇ, ਕੋਈ ਵਿੱਚ ਬੋਲਦਾ ਜੀ? ਨਹੀਂ ਨਾ। ਸਿੱਖ ਆਪਣੇ ਗੁਰੂ ਰੱਬ ਪਰਮਾਤਮਾ ਜਿਹਨੂੰ ਸ੍ਰਿਸ਼ਟੀ ਦਾ ਮਾਲਕ ਮੰਨਦਾ, ਉਹਦੇ ਨਾਲ ਗੱਲਾਂ ਕਰਦਾ ਕਰਦਾ ਲੋਕਾਂ ਨਾਲ ਕਰੀ ਜਾਂਦਾ। ਗੁਟਕਾ ਸਾਹਿਬ ਹੱਥ 'ਚ ਸਲਾਹ, ਐਂ ਕਰ ਲਓ, ਆਹ ਕਰ ਲਓ, ਉਹ ਕਰ ਲਓ। ਕਹਿੰਦੇ ਨਹੀਂ, ਜਦ ਤੇਰੀ ਤੇ ਰੱਬ ਦੀ ਗੱਲ ਹੋਵੇ ਨਾ, ਬਾਣੀ ਪੜ੍ਹਨਾ ਭਾਵ ਸਾਹਮਣੇ ਵਾਲਾ ਜਿੱਡਾ ਮਰਜ਼ੀ ਜ਼ਰੂਰੀ ਹੋਵੇ, ਜੇ ਉਹ ਸਬਰ ਹੀ ਨਹੀਂ ਰੱਖ ਸਕਦਾ, ਤੂੰ ਲੈਣਾ ਉਹ ਤੋਂ ਕੀ ਹੈ? ਉਹ ਆਪੀ ਆਊ, ਉਹਨੂੰ ਕੰਮ ਹੈ, 5 ਮਿੰਟ ਤੱਕ ਹੀ ਆ ਜਾਊ। ਹਾਂ ਜੇ ਬਹੁਤੀ ਮਜਬੂਰੀ ਹੈ ਫਿਰ ਮਹਾਂਪੁਰਖ ਦੱਸਦੇ ਆ, ਕਹਿੰਦੇ ਨਾਨਕ ਸ਼ਬਦ ਦੀਆਂ ਆਖਰੀ ਪੰਗਤੀਆਂ ਹਰ ਸ਼ਬਦ 'ਚ ਆਉਂਦੀਆਂ ਨੇ, ਉਹਨੂੰ 2 ਵਾਰ ਉਚਾਰਨ ਕਰਕੇ ਫਤਿਹ ਬੁਲਾ ਕੇ ਪੋਥੀ ਸੰਤੋਖ ਕੇ ਫਿਰ ਜ਼ਿਕਰ ਕਰੋ, ਫਿਰ ਗੱਲ ਕਰੋ। ਕਹਿੰਦੇ ਬਾਣੀ ਪੜ੍ਹਦੇ ਆ, ਬਾਣੀ ਦੇ ਸੰਪਟ ਵਿੱਚ, ਬਾਣੀ ਦੇ ਅਖੰਡ ਜਾਪ ਦੇ ਵਿੱਚ, ਉਹ ਅਖੰਡ ਜਾਪ ਜਪਜੀ ਸਾਹਿਬ ਦਾ ਕਿਸੇ ਵੀ ਬਾਣੀ ਦਾ ਹੋਵੇ, ਸਿੱਖ ਨੇ ਗੱਲਾਂ ਨਹੀਂ ਕਰਨੀਆਂ। ਜੇ ਤੂੰ ਦੁਨੀਆ ਨਾਲ ਗੱਲਾਂ ਕਰ ਗਿਆ ਫਿਰ ਤੇਰੀ ਰੱਬ ਨਾਲ ਗੱਲ ਕਿਹੜੀ? ਆਖੋ ਸਤਨਾਮ। ਅਸੀਂ ਕਿਸੇ ਆਪਣੇ ਖਾਸ ਬੰਦੇ ਨਾਲ ਫੋਨ ਤੇ ਗੱਲ ਕਰੀਏ, ਮੈਂ ਕਹਿੰਦਾ ਦੂਜੇ ਤੀਜੇ ਦੀਆਂ ਜਿੰਨੀਆਂ ਮਰਜ਼ੀ ਕਾਲਾਂ ਆਈ ਜਾਣ, ਕਿੰਨੀਆਂ ਕੁ ਚੁੱਕਦੇ ਆ? ਕਰਦੇ ਆ ਨਾ ਇਗਨੋਰ। ਕੋਈ ਨਹੀਂ ਫੇਰ ਕਰ ਲਾਂਗੇ, ਇਹਨੂੰ ਕੀ ਹੈ, ਕੋਈ ਗੱਲ ਨਹੀਂ, ਤਾਂ ਕੀ ਹੋਇਆ? 15 ਮਿੰਟ ਸਹੀ, ਘੰਟੇ ਬਾਅਦ ਸਹੀ, ਆਤਾ ਕੀ ਹੈ ਕੋਈ? ਪਰ ਜਦ ਇਹ ਗੁਰੂ ਨਾਲ ਗੱਲ ਕਰਦਾ, ਗੁਟਕਾ ਸਾਹਿਬ ਲੈ ਕੇ, ਪੋਥੀ ਲੈ ਕੇ, ਕਿਸੇ ਨੇ ਆਵਾਜ਼ ਮਾਰੀ, ਇਹ ਪਹਿਲਾਂ ਬਿਨਾਂ ਬੋਲਿਆਂ ਜਵਾਬ ਦਿੰਦਾ ਹੈ। ਕਹਿੰਦੇ ਨਹੀਂ ਬੋਲਣਾ। ਜਦ ਬਾਣੀ ਪੜ੍ਹਦਾ ਹੋਵੇ, ਇੰਨਾ ਭਿੱਜਿਆ ਹੋਵੇ, ਸਾਹਮਣੇ ਵਾਲਾ ਵੀ ਆਖੇ ਓਏ ਚੇਟਕ ਹੋਵੇ ਤੇ ਐਸੀ ਹੋਵੇ, ਆਖੋ ਸਤਨਾਮ। ਯਾਰੀ ਹੋਵੇ ਰੱਬ ਨਾਲ ਐਸੀ ਹੋਵੇ। ਜਦੋਂ ਬੰਦਗੀ ਵਾਲੇ ਬੰਦਗੀ ਕਰਦੇ ਸੀ ਨਾ, ਉਹਨਾਂ ਮਾਵਾਂ ਸੋਦਰ ਦੇ ਪਾਠ ਕਰਨੇ, ਅੱਖਾਂ ਸਾਹਮਣੇ ਪੁੱਤਾਂ ਨੂੰ ਸੁੱਟ ਸੁੱਟ ਕੇ ਨੇਜਿਆਂ ਤੇ ਮਾਰ ਦੇਣਾ, ਉਹ ਨਹੀਂ ਸੀ ਬੋਲਦੀਆਂ। ਜੇ ਅਰਦਾਸ ਚੱਲਦੀ ਹੈ ਨਾ, ਅਰਦਾਸ ਉਹ ਭੰਗ ਕਰਦੇ ਹੁੰਦੇ ਸੀ ਮੀਰ ਮਨੂ ਦੀ ਜੇਲ੍ਹ 'ਚ, ਵੀ ਅਰਦਾਸ ਕਰਨਗੀਆਂ ਰੋਣ, ਉਹਨਾਂ ਪਤਾ ਕੀ ਕਹਿਣਾ? ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਦੇ ਨਾਲ ਦਿਨ ਸੁੱਖਾਂ ਦਾ 4 ਪੈਰ ਦਾ ਬਤੀਤ ਹੋਇਆ, ਰਾਤ ਤੇਰੇ ਭਾਣੇ ਵਿੱਚ ਬਤੀਤ ਹੋਵੇ ਤੇ ਸਾਹਮਣੇ ਬੱਚਾ ਨੇਜੇ 'ਚ ਸੁੱਟਣਾ, ਉਹਨੇ ਚੀਕਣਾ। 6 ਮਹੀਨੇ ਦੇ ਬੱਚੇ ਨੇ, ਖੂਨ ਧਰਤੀ ਤੇ ਡੁੱਲਣਾ, ਪਰ ਉਹਨਾਂ ਮਾਵਾਂ ਦੀਆਂ ਅੱਖਾਂ 'ਚ ਹੰਝੂ ਨਹੀਂ ਸੀ ਹੁੰਦਾ। ਕੀ ਕਹਿੰਦੀਆਂ ਸੀ? ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਉੱਥੇ ਭਲਾ ਮੰਗ ਰਹੀਆਂ ਸੀ। ਅਸੀਂ ਤੇ ਲੜ ਪੈਂਦੇ ਹਾਂ ਲੋਕਾਂ ਨਾਲ। ਖੜੇ ਕਿੱਥੇ ਆ ਅੱਜ? ਅੱਜ ਸਾਨੂੰ ਪੁਰਾਣੀਆਂ ਗੱਲਾਂ ਸੁਣਾਉਣੀਆਂ ਪੈਂਦੀਆਂ, ਸਾਡੇ ਧਰਮ 'ਚ ਆਹ ਹੋਇਆ, ਆਹ ਹੋਇਆ। ਆ ਗੱਲਾਂ ਕਰਦੇ ਨਾ, ਉਹ ਅਫਗਾਨ ਵਾਲੇ ਸਾਨੂੰ ਟੀਚਰਾਂ ਕਰਦੇ ਹੁਣ, ਕਹਿੰਦੇ ਉਹ ਗੱਲ ਸੁਣੋ ਪੰਜਾਬੀਓ, ਤੁਸੀਂ ਗੱਲਾਂ ਕਰਦੇ ਹੋ ਹਰੀ ਸਿੰਘ ਨਲੂਏ ਦੀਆਂ,
ਤੁਹਾਡਿਆਂ ਨੇ ਜਿਹੜੇ ਕੰਜਰਖਾਨੇ ਫੜੇ ਟਿਕਟੌਕ ਤੇ ਉਹ ਤੇ ਵੇਖ ਲਓ ਪਹਿਲਾਂ ਆਪਣੇ ਜਾ ਕੇ ਕੀ ਕੁਛ ਤੁਹਾਡੇ ਚੱਲਦਾ ਹੈ, ਕਿਹੜੇ ਰਾਹ ਤੁਸੀਂ ਤੁਰੇ ਫਿਰਦੇ ਹੋ। ਨਸ਼ਿਆਂ 'ਚ ਤੁਸੀਂ ਡੁੱਬੇ ਹੋ, ਮਾੜੇ ਕੰਮਾਂ 'ਚ ਤੁਸੀਂ, ਠੱਗੀਆਂ ਠੋਰੀਆਂ 'ਚ ਅਵਲ ਤੁਸੀਂ ਹੋ। ਕਿਹੜੇ ਅਫਗਾਨੋਂ ਦੱਬਣ ਦੀਆਂ ਗੱਲਾਂ ਕਰਦੇ ਹੋ। ਕਹਿੰਦੇ ਉਹ ਸੀ, ਉਹਨਾਂ ਨੂੰ ਸੱਜਦਾ ਏ, ਆਪਾਂ ਘਰ ਸੁਧਾਰੋ। ਅੱਜ ਸੁਣਨਾ ਪੈਂਦਾ ਲੋਕਾਂ ਤੋਂ ਉਸ ਕੌਮ ਨੂੰ ਜਿਸ ਕੌਮ ਦਾ ਦਬਦਬਾ ਐਸਾ ਸੀ ਕਿਤੇ ਇੱਕ ਸਿੰਘ ਤੁਰਿਆ ਜਾਂਦਾ ਕਹਿੰਦੇ 1.25 ਲੱਖ ਖਾਲਸਾ ਜਾਂਦਾ ਹੈ। ਹੁਣ ਤੇ ਅਗਲੇ ਟਰਾਲੀ ਨਹੀਂ ਅੱਗੇ ਲੰਘਣ ਦਿੰਦੇ ਬੈਰੀਕੇਡ ਤੋਂ, ਜਿਹੜੇ ਕਹਿੰਦੇ ਸੀ 1.25 ਲੱਖ। ਕਿਤੇ ਨਾ ਕਿਤੇ ਸਾਡੇ 'ਚ ਕਮੀਆਂ ਨੇ। ਗੁਰੂ ਸਾਡਾ ਅੱਜ ਵੀ ਸਮਰੱਥ ਹੈ। ਗੁਰੂ ਸਾਹਿਬ ਆਖਣ ਲੱਗੇ, ਕਹਿੰਦੇ ਸਿੱਖ ਆਪਣੇ ਗੁਰੂ ਨਾਲ ਜਦੋਂ ਗੱਲ ਕਰਦਾ ਹੋਵੇ, ਗੱਲ ਹੈ ਪਾਠ ਦੀ, ਕਹਿੰਦੇ ਦੂਜੀ ਤੀਜੀ ਗੱਲ ਨਾ ਕਰੇ, ਨਾ ਕਿਸੇ ਦੀ ਸੁਣਦਾ ਹੋਵੇ। ਦਸਵੇਂ ਹੋਮ ਅਗਨ ਜੋ ਕਰਹੀ, ਸੁਰ ਪ੍ਰਸੰਨ ਹਿਤ ਮਨਸ ਧਰਹੀ। ਅੰਦਰ ਦੀ ਮਨਸਾ ਧਾਰਨ ਕਰਕੇ ਕਹਿੰਦੇ ਇੱਕ ਭਗਤੀ ਕਰੇ ਜਿਵੇਂ ਹੋਮ ਜੱਗ ਕਰਦਾ। ਐਦਾਂ ਟਕਾ 'ਚ ਬੈਠੇ ਕਰਦੇ ਅਸੀਂ ਪਾਠ ਹੁੰਨੇ ਆ, ਸੁਣਦੇ ਹੁੰਨੇ ਆ, ਫਲਾਣਾ ਕੀ ਕਹਿੰਦਾ, ਉਧਰ ਕੀ ਗੱਲ ਹੁੰਦੀ। ਇਹ ਕੋਈ ਪਾਠ ਹੈ? ਨਰਾਦਰ ਰਹੇ ਬੇਅਦਬੀ। ਤੁਸੀਂ ਕਿਸੇ ਸਿਆਣੇ ਬੰਦੇ ਸੀਨੀਅਰ ਕਰੋ, ਬੈਠੇ ਉਹਦੀਆਂ ਗੱਲਾਂ ਸੁਣੋ ਤੇ ਜਵਾਬ ਨਾ ਦਿਓ, ਅਣ ਸੁਣਿਆ ਕਰੋ। ਅਗਲਾ ਕਹਿੰਦਾ ਖਬਰਦਾਰ ਜੇ ਕੱਲ੍ਹ ਨੂੰ ਦਫ਼ਤਰ 'ਚ ਆਇਆ ਇੱਥੇ, ਤੂੰ ਤੇ ਸੁਣਦਾ ਹੀ ਨਹੀਂ ਕਿਸੇ ਦੀ। ਤੈਨੂੰ ਕੀ ਸੁਣਾਵਾਂ, ਤੇਰੇ ਨਾਲ ਕੀ ਗੱਲ ਕਰਾਂ, ਤੇਰਾ ਤੇ ਧਿਆਨ ਕਿਤੇ ਹੋਰ ਹੈ। ਅਸੀਂ ਗੱਲ ਨਹੀਂ ਕਰਦੇ ਉਸ ਬੰਦੇ ਨਾਲ ਦੁਬਾਰਾ। ਤੇ ਅਸੀਂ ਜਦੋਂ ਪਾਠ ਕਰਦੇ ਹੋਈਏ, ਗੁਟਕਾ ਸਾਹਿਬ ਸਾਡੇ ਕੋਲ ਹੈ, ਪੋਥੀ ਸਾਡੇ ਕੋਲ ਹੈ, ਅੱਖਾਂ ਸਾਡੀਆਂ ਪਾਠ 'ਚ, ਰੱਟਾ ਸਾਡਾ ਲੱਗਾ ਹੋਇਆ, ਕੰਨ ਤੁਰੇ ਫਿਰਦੇ, ਆਓ ਕੀ ਕਹਿੰਦਾ ਹੈ, ਉੱਧਰ ਕੀ ਕਹਿੰਦੀ ਹੈ। ਭਲਿਆ ਉਹਨਾਂ ਦਾ ਕੁਛ ਨਹੀਂ ਜਾਣਾ, ਤੇਰਾ ਕੱਖ ਵੀ ਨਹੀਂ ਰਹਿਣਾ। ਤੂੰ ਐਡਾ ਪਾਪ ਕਰਦਾ, ਗੁਰੂ ਨੂੰ ਪੋਥੀ ਪ੍ਰਕਾਸ਼ ਕਰਕੇ ਤੂੰ ਸਤਿਗੁਰੂ ਨੂੰ ਇਗਨੋਰ ਕਰਦਾ, ਉਸ ਰੱਬ ਨਾਲ ਤੂੰ ਅਣਦੇਖੀ ਕਰਦਾ। ਨਹੀਂ, ਕੋਸ਼ਿਸ਼ ਕਰ ਇੱਕ ਇੱਕ ਅੱਖਰ ਬੋਲ ਕੇ। ਕਿਉਂ ਕਹਿੰਦੇ ਬੋਲ ਕੇ ਪਾਠ ਕਰਿਆ ਕਰੋ? ਪੁਰਾਣੇ ਗੁਰਸਿੱਖ ਬੋਲ ਕੇ ਪਾਠ ਕਰਦੇ। ਜੇ ਕੋਈ ਜੰਗਲ 'ਚ ਬੈਠਾ ਪਾਠ ਕਰਦਾ ਸੀ, ਰਾਹ ਜਾਂਦੇ ਪਤਾ ਲੱਗਦਾ ਸੀ ਵੀ ਕੋਈ ਗੁਰੂ ਕਾ ਪਿਆਰਾ ਹੈ। ਤੇ ਸਾਡਾ ਤੇ ਆ ਸਕੈਨਰ ਵਾਲਾ ਕੰਮ ਹੈ, ਪਤਾ ਨਹੀਂ ਕੀ ਚੱਲਦਾ ਹੈ, ਕਿਹੜਾ ਪਾਠ ਹੁੰਦਾ ਇਹ। ਨਿਤਨੇਮ ਕਰਦੇ ਆ ਸੁਖਮਨੀ ਸਾਹਿਬ, ਇਹ ਚੱਲਦਾ ਹੈ, ਬੋਲੇ ਹੀ ਨਹੀਂ ਕਦੇ। ਬੋਲਣ ਦੇ ਫਾਇਦੇ ਕੀ ਨੇ? ਬੋਲ ਕੇ ਬਾਣੀ ਪੜੋ, ਭਾਵੇਂ ਹੌਲੀ ਹੌਲੀ ਪੜੋ, ਕੰਨ ਸੁਣਨਗੇ, ਸੰਗਤ ਕਰਨਗੇ, ਰਸਨਾ ਬੋਲੇਗੀ। ਤੇ ਜੇ ਕੋਈ ਤੁਹਾਡੇ ਕੋਲ ਤੁਰਿਆ ਫਿਰਦਾ ਜਾਊ, ਪਹਿਲਾਂ ਤੇ ਤੁਹਾਨੂੰ ਕਿਸੇ ਨੇ ਬੁਲਾਉਣਾ ਹੀ ਨਹੀਂ। ਅਗਲਾ ਕਹਿੰਦਾ ਯਾਰ ਬੰਦਗੀ ਕਰਦਾ, ਮੈਂ ਕਿਉਂ ਬੁਲਾਵਾਂ, ਪਾਪ ਕਿਉਂ ਖੱਟਾਂ। ਜੇ ਸੁਣ ਪੀ ਲਿਆ, ਚੌਂਕੜਾ ਮਾਰ ਕੇ ਬਹਿ ਜੂ, ਲੈ 2 ਬਚਨ ਗੁਰਬਾਣੀ ਦੇ ਸੁਣ ਲਾ ਮੈਂ ਵੀ। ਇਹ ਸੀ ਪੁੰਨ। ਤਾਂ ਪੁਰਾਤਨ ਸਿੱਖ ਤੇ ਬੰਦਗੀ ਵਾਲੇ ਸਾਧੂ ਕਹਿੰਦੇ ਪਾਠ ਬੋਲ ਕੇ ਕਰੋ। ਅਸੀਂ ਬੋਲ ਕੇ ਨਹੀਂ ਕਰਦੇ, ਸਾਨੂੰ ਪਤਾ ਚੱਲੀ ਜਾਂਦਾ ਹੈ। ਕਈ ਵਾਰ ਤੇ ਮੇਰੇ ਨਾਲ ਹੋਇਆ, ਮੈਂ ਕਿਸੇ ਦੀ ਕੀ ਗੱਲ ਕਰਾਂ। 1-2 ਵਾਰੀ ਮੈਂ ਰਹਿ ਸਭ ਤੁਰਦਾ ਫਿਰਦਾ ਕਰਦਾ ਸੀ, ਉਦੋਂ ਹੀ ਪਤਾ ਲੱਗਿਆ ਜਦੋਂ ਹੋ ਗਿਆ ਸ਼ਲੋਕ ਪਵਨ ਗੁਰੂ ਪਾਣੀ ਪੀਤਾ। ਮੈਂ ਯਾਰ ਮੈਨੂੰ ਲੱਗਦਾ ਮੈਂ ਜਪਜੀ ਸਾਹਿਬ ਪੜ੍ਹ ਲਿਆ। ਕਿਉਂ ਸੀ? ਜੇਬ 'ਚ ਫੋਨ ਵੱਜਦੇ ਸੀ, ਧਿਆਨ ਮੇਰਾ ਕਿਤੇ ਹੋਰ ਸੀ, ਵੀ ਲੜਾਈ ਕਿਸੇ ਦੀ ਹੋ ਗਈ, ਟੈਨਸ਼ਨ ਉੱਧਰਲੇ ਪਾਸੇ। ਸੱਚ ਤੇ ਸੱਚ ਹੈ। ਫਿਰ ਦੱਸੋ ਜੀ, ਮੇਰੇ ਹੁਣ ਉਸ ਪਾਠ ਦਾ ਫਾਇਦਾ ਕੋਈ? ਉਹ ਤੇ ਮੈਂ ਮਿਕਸ ਕਰਤਾ, ਵਿੱਚੇ ਜਪਜੀ, ਵਿੱਚ ਹੀ ਰਹਿ ਰਾਸ। ਪਛਤਾਵਾ ਹੋਇਆ ਨਾ ਫਿਰ ਵੀ ਮੈਂ ਆਪਣੇ ਪਿਆਰੇ ਸਤਿਗੁਰ ਦੇ ਪਿਆਰ 'ਚ ਭਿੱਜਿਆ ਕਰ ਕੀ ਗਿਆ। ਬੋਲ ਕੇ ਬਾਣੀ ਪੜ੍ਹੀਏ, ਜਿੰਨਾ ਹੋ ਸਕੇ ਬੋਲ ਕੇ, ਹਲਕਾ ਹਲਕਾ ਬੋਲੋ, ਬੁੱਲਾਂ 'ਚ ਬੋਲੋ, ਤਾਂ ਜੋ ਇੰਨਾ ਕੁ ਬੋਲੋ ਜਿੰਨਾ ਤੁਹਾਡੇ ਕੰਨਾਂ ਨੂੰ ਸੁਣੇ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਾਈ ਪਿਆਰ 'ਚ ਬੋਲ ਕੇ ਇਹ ਹਵਨ ਹੈ। ਜਿਵੇਂ ਪੰਡਤ ਲੋਕ ਹੋਮ ਕਰਦੇ ਆ ਨਾ, ਕਦੇ ਕੋਈ ਪੰਡਤ ਵੇਖਿਆ ਵੀ ਅੱਗ 'ਚ ਹਵਨ ਸੁੱਟੇ ਤੇ ਚੁੱਪ ਕਰੇ ਡੁੰਨ ਬੱਟਾ ਬਣਿਆ ਬੈਠੇ? ਨਹੀਂ, ਪੰਡਤ ਦੀ ਇਹ ਸਿਫਤ ਹੈ। ਸਿਫਤ ਕਰਦਾ ਮੈਂ। ਉਹ ਮੰਤਰ ਪੜੂਗਾ ਨਾ, ਉਹਦਾ ਮੰਤਰ ਦਾ ਜਾਪ ਚੌਥੇ ਘਰ ਵੀ ਸੁਣੂਗਾ, ਅਮੰਗਲਮ ਸਵਾਹਾ। ਤੇ ਅਸੀਂ, ਸਾਡਾ ਤੇ ਪਾਠ ਨਾਲ ਬੈਠੇ ਨੂੰ ਨਹੀਂ ਸੁਣਦਾ, ਉਹ ਵੀ ਅੱਖਾਂ ਕੱਢੀ ਜਾਂਦਾ। ਬਾਬਾ ਬੁੱਲ ਬੱਲ ਹਲਾਲਾ ਮਾੜੇ ਮੋਟੇ, ਕਲਪਿਸਟਿਕ ਲਾਈ ਹੋਈ ਹੈ। ਕਈ ਵਾਰ ਸੁਣਨਾ ਪੈਂਦਾ। ਫਿਰ ਕਹਿੰਦੇ ਘਰ ਵਾਲੇ ਮਾੜੇ, ਫਲਾਣਾ। ਮਾੜਾ ਮੂੜਾ ਕੋਈ ਨਹੀਂ, ਮਾੜੇ ਅਸੀਂ ਆ ਜਿਹੜੇ ਆਪਣੇ ਗੁਰੂ ਦਾ ਉਪਦੇਸ਼ ਕੱਜ ਕੱਜ ਕੇ ਲੁਕੋ ਲੁਕੋ ਕੇ ਰੱਖਦੇ ਹਾਂ। ਅਸੀਂ ਤੇ ਸੁਖਮਨੀ ਸਾਹਿਬ ਦਾ ਪਾਠ ਕਰਨ ਬੈਠੀ ਤਾਂ ਨਹੀਂ ਬੋਲਦੇ, ਬੁੱਲ ਸੀ ਤੇ ਸਵੇਰੇ ਨਿਤਨੇਮ ਕਰੀਏ ਤਾਂ ਨਹੀਂ ਬੋਲਦੇ, ਕੀਰਤਨ ਸੋਲਾ ਕਰੀਏ ਤਾਂ ਨਹੀਂ ਬੋਲਦੇ। ਕਹਿੰਦੇ ਭਾਈ ਸਾਹਿਬ ਕੀਰਤਨ ਸੋਲਾ ਵੀ ਕਰੀਦਾ, ਦਾਬਾ ਫਿਰ ਪੈ ਗਿਆ ਰਾਤ। ਸੁਪਨੇ ਬੜੇ ਆਉਂਦੇ ਆ। ਪਿਆਰਿਆ ਕਦੇ ਬੋਲ ਕੇ ਆਪਣਾ ਆਸਣ ਪਵਿੱਤਰ ਕੀਤਾ ਹੈ? ਬੋਲਣਾ ਚਾਹੀਦਾ ਹੈ। ਬਾਣੀ ਬੋਲ ਕੇ ਪੜ੍ਹਨੀ ਚਾਹੀਦੀ ਹੈ। ਸੱਚਖੰਡ ਹਰਿਮੰਦਰ ਸਾਹਿਬ ਜਦੋਂ ਮਰਜ਼ੀ ਚੱਲ ਜਾਓ, ਕੀਰਤਨ ਤੁਹਾਨੂੰ ਉੱਚੀ ਆਵਾਜ਼ 'ਚ ਸੁਣੇਗਾ, ਸੋਦਰ ਉੱਚੀ ਆਵਾਜ਼ 'ਚ ਸੁਣੇਗੀ, ਆਸਾ ਦੀ ਵਾਰ ਸੁਣੇਗੀ, ਹੁਕਮਨਾਮਾ ਸੁਣੇਗਾ। ਕਿਉਂ? ਕੋਈ ਰਾਹ ਜਾਂਦਾ ਤੁਰਦਾ ਫਿਰਦਾ ਵੀ ਹੋਵੇ, ਕੰਨਾਂ 'ਚ ਬਾਣੀ ਪੈਂਦੀ, ਧਿਆਨ ਜਾਂਦਾ ਹੈ। ਭੈਣਾਂ ਕਿਚਨ 'ਚ ਕੰਮ ਕਰਦੀਆਂ ਮੈਂ ਵੇਖੀਆਂ, ਕਈ ਰੱਬ ਨਾਲ ਜੁੜੀਆਂ ਹੋਈਆਂ, ਉਹਨਾਂ ਦੇ ਟੇਪ ਚੱਲਦੀ ਰਹਿੰਦੀ 24 ਘੰਟੇ ਨਿਤਨੇਮ ਦੀ, ਬੰਦਗੀ ਦੀ, ਸਹਿਜ ਪਾਠ ਦੀ।
ਕਿਉਂ ਲਾਏ? ਭਾਵੇਂ ਉਹ ਕਹਿੰਦੇ ਸਾਡੇ ਕੋਲ ਸਮਾਂ ਨਹੀਂ ਸੁਣਨ ਦਾ ਹੁੰਦਾ, ਪਰ ਇਹ ਗੱਲ ਸੱਚੀ ਹੈ। ਤੁਰਦੇ ਫਿਰਦੇ ਇੱਕ ਇੱਕ ਅੱਖਰ ਕੰਨਾਂ 'ਚ ਪੈਂਦਾ ਤੇ ਧਿਆਨ ਬਾਣੀ ਖਿੱਚ ਰਹੀ ਹੈ, ਸੁਰਤ ਇਕਾਗਰ ਹੁੰਦੀ ਹੈ। ਤੇ ਸਾਡੇ ਤੇ ਕਿਚਨ ਦੇ ਕੰਮ ਵੀ ਗੀਤ ਲਾ ਕੇ ਹੁੰਦੇ ਆ। ਸਿੱਖੀ ਕਿੱਥੇ ਰਹੂ ਸਾਡੇ ਕੋਲ? ਜਿੱਦਣ ਮਾਵਾਂ ਨੇ ਸਿੱਖੀ ਸੰਭਾਲ ਲਈ, ਬੱਚੇ ਕੇਸਾਂ ਧਾਰੀ ਹੋ ਜਾਣਗੇ। ਜਿੱਦਣ ਮਾਵਾਂ ਬੋਲ ਕੇ ਬੰਦਗੀ ਕਰਨ ਲੱਗ ਪਈਆਂ ਨਾ, ਬੱਚੇ ਉੱਚੀ ਉੱਚੀ ਗਲੀਆਂ 'ਚ ਸ਼ਬਦ ਗਾਉਂਦੇ ਫਿਰਨਗੇ। ਪੁਰਾਤਨ ਸਾਧੂ ਕਹਿੰਦੇ ਸੀ, ਗੁਰੂ ਸਾਹਿਬ ਕਹਿੰਦੇ ਪਾਠ ਕਰਨਾ ਇੱਕ ਹਵਨ ਦੇ ਵਾਂਗੂ। ਹਵਨ ਤੋਂ ਭਾਵ ਬੋਲ ਕੇ ਕਰਨਾ, ਉੱਚੀ ਗਾ ਕੇ ਕਰਨਾ। ਜਦੋਂ ਤੇਰਾ ਤਨ ਤੇ ਮਨ ਜੁੜ ਗਏ ਨਾ, ਤੇਰੇ ਕੋਲ ਕੋਈ ਹੋਵੇ ਨਾ ਹੋਵੇ ਸਿੱਖਾ, ਤੂੰ ਫਿਰ ਸੰਗਤ ਕਰੇਗਾ। ਕੰਨ ਤੇਰੇ ਸਰੋਤੇ ਹੋਣਗੇ, ਜ਼ੁਬਾਨ ਤੇਰੀ ਬਕਤਾ ਹੋਏਗੀ। ਉਦੋਂ ਕੀਤੀ ਹੋਈ ਸਤਸੰਗ ਸੱਚਖੰਡ ਪ੍ਰਵਾਨ ਹੋਏਗੀ। ਸਤਿਗੁਰ ਕਹਿੰਦੇ ਇਹ 10ਵਾਂ ਨੇਮ ਹੈ। 10 ਜੰਮ ਸੀ ਤੇ 10 ਨੇਮ ਦੱਸੇ ਆ। ਹੁਣ ਅਗਲਿਆਂ ਦਾ ਜ਼ਿਕਰ ਕਰਨਗੇ। ਬਹੁਤ ਸੋਹਣੀਆਂ ਗੱਲਾਂ ਨੇ ਸਿੱਖ ਦੇ ਜੀਵਨ ਲਈ, ਸਿੱਖਣ ਵਾਲੀਆਂ। ਜਿਵੇਂ ਗੁਰੂ ਪਾਤਸ਼ਾਹ ਕਿਰਪਾ ਕਰਨਗੇ ਆਨੰਦ ਮਾਣਾਂਗੇ।